देखिएगा। चैनल पे नए हैं तो लाइक कमेंट सब्सक्राइब कीजिएगा। चलिए वीडियो को स्टार्ट ਦਾ ਜੀਵਨ ਬਹੁਪੱਖੀ ਹੈ। ਉਂਝ ਤੇ ਹਰ ਵਿਅਕਤੀ ਆਪਣੀ ਜ਼ਿੰਦਗੀ ਦਾ ਕੁਝ ਹਿੱਸਾ ਸਮਾਜਿਕ ਰੱਖਦਾ ਹੈ, ਧਾਰਮਿਕ ਰੱਖਦਾ ਹੈ ਔਰ ਜੀਵਨ ਦੇ ਕੁਝ ਆਧਾਰ ਰਾਜਨੀਤਿਕ ਨੇ। ਜੀਵਨ ਇਹਨਾਂ ਤਿੰਨਾਂ ਬਨੇਰਿਆਂ ਦੇ ਵਿੱਚੋਂ ਹੀ ਲੰਘਦਾ ਹੈ ਔਰ ਇਹ ਤਿੰਨ ਮਜ਼ਬੂਤ ਚਾਹੀਦੇ ਨੇ, ਮਹਾਨ ਚਾਹੀਦੇ ਨੇ। ਰਹਿਬਰੀ ਪੁਰਸ਼, ਧਾਰਮਿਕ ਇਨਸਾਨ, ਪੈਗੰਬਰੀ ਪੁਰਸ਼ ਅਸੀਂ ਉਸ ਨੂੰ ਕਹਿੰਦੇ ਹਾਂ ਜਿਸ ਦੇ ਜੀਵਨ ਦੇ ਇਹ ਤਿੰਨੇ ਪਹਿਲੂ ਉਸਾਰੂ ਹੋਣ ਔਰ ਸੰਸਾਰ ਨੂੰ ਪ੍ਰੇਰਨਾ ਦੇਣ ਵਾਲੇ ਹੋਣ, ਆਨੰਦ ਤੇ ਸੁਖ ਸ਼ਾਂਤੀ ਵੰਡਣ ਵਾਲੇ ਹੋਣ। ਨਾਨਕ ਨਾਮ ਜਾਪਦਾ ਹੈ, ਇਹ ਇਸ ਦੇਸ਼ ਦੀ ਭਾਸ਼ਾ ਦੇ ਚੋਂ ਨਹੀਂ ਆਇਆ ਹੈ, ਅਗੰਮੀ ਆਇਆ ਹੈ, ਅਨਾਹਤ ਤੋਂ ਆਇਆ ਹੈ, ਪਰਮਾਤਮਾ ਤੋਂ ਆਇਆ ਹੈ। ਸੰਸਕ੍ਰਿਤ ਵਿਆਕਰਣ ਦੇ ਗਿਆਨੀ ਨਾਨਕ ਦੇ ਅਰਥ ਇੰਜ ਕਰਦੇ ਨੇ, ਨਾ ਅਨੇਕ, ਜਿਹਦੇ ਚ ਅਨੇਕਤਾ ਨਹੀਂ, ਜਿਸ ਦੇ ਚ ਦੂਜੀ ਗੱਲ ਨਹੀਂ, ਜਿਸ ਦੇ ਚ ਕੋਈ ਦੁਬਦਾ ਨਹੀਂ, ਜੋ ਇੱਕ ਦੀ ਗੱਲ ਕਰਦਾ ਹੈ, ਇੱਕ ਨੂੰ ਸੁਣਦਾ ਹੈ, ਇੱਕ ਨੂੰ ਵੇਖਦਾ ਹੈ, ਇੱਕ ਨੂੰ ਸੋਚਦਾ ਹੈ ਔਰ ਇੱਕ ਦੀ ਹੀ ਚਰਚਾ ਕਰਦਾ ਹੈ, ਇੱਕ ਨੂੰ ਸੁਪਨਿਆਂ ਦੇ ਚ ਲਿਆਉਂਦਾ ਹੈ, ਇੱਕ ਦੀ ਹੀ ਝਲਕ ਜਾਗਰਤ ਅਵਸਥਾ ਦੇ ਚ ਦੇਖਦਾ ਹੈ। ਜਿਹਦਾ ਉਪਦੇਸ਼ ਇੱਕ ਦਾ ਹੈ, ਜਿਹਦਾ ਸੰਦੇਸ਼ ਇੱਕ ਦਾ ਹੈ, ਉਹਨੂੰ ਕਹਿੰਦੇ ਨੇ ਨਾਨਕ, ਨਾ ਅਨੇਕ, ਜਿਹਦੇ ਚ ਅਨੇਕਤਾ ਹੈ ਹੀ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਲਾਮ ਵੀ ਏਕੇ ਤੋਂ ਸ਼ੁਰੂ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅਕਸ਼ਰ ਇੱਕ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਇੱਕ ਦੇ ਆਲੇ ਦੁਆਲੇ ਘੁੰਮਦੀ ਹੈ, ਇੱਕ ਦੀ ਹੀ ਪਰਿਕਰਮਾ ਕਰਦੀ ਹੈ, ਏਕੇ ਦਾ ਹੀ ਅਨੁਸਰਨ ਕਰਦੀ ਹੈ, ਇੱਕ ਨੂੰ ਹੀ ਸਜਦਾ ਕਰਦੀ ਹੈ, ਇੱਕ ਨੂੰ ਹੀ ਪ੍ਰਣਾਮ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਦਰਅਸਲ ਇੱਕ ਦੀ ਵਿਚਾਰ ਔਰ ਧਰਮ ਦੀ ਇਹੀ ਬੁਨਿਆਦ ਹੈ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਵਿੱਚੋਂ ਇੱਕ ਨੂੰ ਲੱਭਿਆ ਜਾਏ, ਇੱਕ ਨੂੰ ਸਮਝਿਆ ਜਾਏ, ਇੱਕ ਨੂੰ ਵੇਖਿਆ ਜਾਏ ਔਰ ਇੱਕ ਦੀ ਪ੍ਰਾਪਤੀ ਕੀਤੀ ਜਾਏ। ਅਗਰ ਇੱਕ ਪ੍ਰਾਪਤ ਹੋ ਗਿਆ ਤਾਂ ਦੁਬਦਾ ਖਤਮ, ਅਗਰ ਇੱਕ ਨੂੰ ਵੇਖ ਲਿਆ ਤਾਂ ਫਿਰ ਦੁਤੀਆ ਨਾਸਤੀ। ਅਗਰ ਸਭ ਕੁਝ ਇੱਕ ਹੈ ਔਰ ਉਸ ਏਕੇ ਦੇ ਚ ਮੈਂ ਵੀ ਹਾਂ ਤਾਂ ਫਿਰ ਦੂਜਾ ਕੌਣ ਤੇ ਤੀਜਾ ਕੌਣ, ਫਿਰ ਕੌਣ ਵੈਰੀ, ਫਿਰ ਕੌਣ ਦੁਸ਼ਮਣ, ਫਿਰ ਕੌਣ ਛੋਟਾ, ਫਿਰ ਕੌਣ ਵੱਡਾ। ਦਰਅਸਲ ਮਨੁੱਖ ਦੀਆਂ तमाम ਸਮੱਸਿਆਵਾਂ ਦਾ ਸਮਾਧਾਨ ਵੀ ਇਹੀ ਹੈ ਕਿ ਮਨੁੱਖ ਇੱਕ ਨਾਲ ਜੁੜੇ ਤੇ ਏਕੇ ਨੂੰ ਸਮਝੇ। ਤੋ ਨਾਨਕ ਦੇ ਅਰਥ ਨੇ ਜਿਹਦੇ ਚ ਅਨੇਕਤਾ ਨਹੀਂ ਤੇ ਨਾਨਕ ਦਾ ਉਪਦੇਸ਼ ਹੈ, ਹਰ ਏਕ ਸਿਮਰ, ਏਕ ਸਿਮਰ, ਏਕ ਸਿਮਰ ਭਾਈ। ਇੱਕ ਦਾ ਹੀ ਚਿੰਤਨ ਕਰ, ਇੱਕ ਨੂੰ ਆਪਣੇ ਚੇਤੇ ਦੇ ਚ ਲਿਆ, ਇੱਕ ਨੂੰ ਆਪਣੇ ਵਿਚਾਰ ਮੰਡਲ ਦੇ ਚ ਲਿਆ। ਉਸ ਪੂਰਨ ਪੁਰਖ ਦਾ ਅਨੰਤ ਸਮਾਜਿਕ ਪਹਿਲੂ ਵੀ ਹੈ, ਰਾਜਨੀਤਿਕ ਪਹਿਲੂ ਵੀ ਹੈ ਔਰ ਦਰਅਸਲ ਜੋ ਧਾਰਮਿਕ ਪੁਰਸ਼ ਹੈ, ਜੋ ਏਕੇ ਨਾਲ ਜੁੜਿਆ ਹੈ, ਉਹਨੇ ਹਰ ਤਲ ਵਿੱਚ ਆਈਆਂ ਹੋਈਆਂ ਬੁਰਾਈਆਂ ਨੂੰ ਦੂਰ ਕਰਨਾ। ਸਮਾਜ ਦੇ ਤਲ ਦੇ ਉੱਤੇ ਜੋ ਬੁਰਾਈਆਂ ਆ ਚੁੱਕੀਆਂ ਸਨ ਤੇ ਨੈਤਿਕਤਾ ਜੋ ਘੋਰ ਅਨੈਤਿਕਤਾ ਦਾ ਰੂਪ ਧਾਰਨ ਕਰ ਚੁੱਕੀ ਸੀ, ਜਗਤ ਗੁਰੂ ਬਾਬੇ ਨੇ ਉਸ ਨੂੰ ਦੂਰ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ। ਇਸ ਦੇਸ਼ ਦੇ ਬਲਕਿ ਸਾਰੀ ਦੁਨੀਆ ਦੇ ਵਿੱਚ ਉਹ ਦਿਨ ਖੁਸ਼ਕਿਸਮਤ ਦਿਨ ਸੀ, 1469 ਈਸਵੀ ਕੱਤਕ ਪੂਰਨਮਾਸ਼ੀ। ਦਰਅਸਲ ਭਾਗਾਂ ਭਰਾ ਦਿਨ ਸੀ ਜਦ ਮਹਾਰਾਜ ਦਾ ਆਗਮਨ ਹੋਇਆ ਔਰ ਆਗਮਨ ਦੇ ਨਾਲ ਹੀ ਦਿਨ ਤੇ ਰਾਤ ਸਦੀਵੀ ਯਾਦ ਬਣ ਗਏ। ਉਹ ਦਿਨ ਵੀ ਅਮਰ ਹੋ ਗਿਆ, ਉਹ ਰਾਤ ਵੀ ਅਮਰ ਹੋਈ, ਕਿਉਂਕਿ ਉਸ ਰਾਤ ਨੂੰ, ਉਸ ਦਿਨ ਨੂੰ ਇੱਕ ਅਮਰ ਪੁਰਸ਼ ਦਾ ਆਗਮਨ ਹੋਇਆ। ਅਮਰ ਪੁਰਸ਼ ਸਿਰਫ ਵਿਅਕਤੀਆਂ ਨੂੰ ਹੀ ਅਮਰ ਨਹੀਂ ਕਰਦੇ, ਬਲਕਿ ਦਿਨ ਨੂੰ ਵੀ ਅਮਰ ਕਰ ਦਿੰਦੇ ਨੇ, ਰਾਤ ਨੂੰ ਵੀ ਅਮਰ ਕਰ ਦਿੰਦੇ ਨੇ, ਸਾਲ ਨੂੰ ਵੀ ਅਮਰ ਕਰ ਦਿੰਦੇ ਨੇ। ਗੁਰੂ ਨਾਨਕ ਦੀ ਯਾਦ ਦੇ ਨਾਲ ਸਾਲ ਯਾਦ ਰਹੇਗਾ, ਗੁਰੂ ਨਾਨਕ ਦੀ ਯਾਦ ਦੇ ਨਾਲ ਦਿਨ ਯਾਦ ਰਹੇਗਾ, ਰਾਤ ਯਾਦ ਰਹੇਗੀ, ਕੱਤਕ ਦੀ ਪੂਰਨਮਾਸ਼ੀ ਯਾਦ ਰਹੇਗੀ। ਔਰ ਇਹ ਪੂਰਨਮਾਸ਼ੀ ਜੋ ਅਨੰਤ ਕਾਲ ਤੋਂ ਆ ਰਹੀ ਸੀ, ਗੁਰੂ ਨਾਨਕ ਦੀ ਆਮਦ ਦੇ ਨਾਲ ਅਮਰ ਹੋ ਗਈ, ਮਹਾਨ ਹੋ ਗਈ। ਆਪ ਦੀ ਆਗਮਨ ਸੰਸਾਰ ਤੇ ਇਸ ਤਰ੍ਹਾਂ ਸੀ ਜੈਸੇ ਮਸਿਆ ਦੀ ਰਾਤ ਨੂੰ ਸੂਰਜ ਉਦੇ ਹੋ ਗਿਆ, ਪ੍ਰਕਾਸ਼ਮਾਨ ਹੋ ਗਿਆ। ਮਹਾਕਵੀ ਤੁਲਸੀ ਦਾ ਕਹਿਣਾ ਹੈ
जब जब होए धर्म की हानि, बाढ़े असुर अधम अभिमानी, तब तब विवद धर प्रभु शरीरा, हरे कृपा निध सज्जन पीरा। दसम ग्रंथ ਦੇ ਵਿੱਚ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ, ਜਬ ਜਬ ਹੋਏ ਅਰਿਸ਼ਟ ਅਪਾਰਾ, ਤਬ ਤਬ ਦੇ ਧਰਤ ਅਵਤਾਰਾ। ਜਦ ਜਦ ਸੰਸਾਰ ਦੇ ਵਿੱਚ ਅਨਰਥ ਹੁੰਦਾ ਹੈ, ਤਦ ਤਦ ਅਵਤਾਰੀ ਪੁਰਸ਼ ਸੰਸਾਰ ਤੇ ਆਉਂਦੇ ਨੇ। ਔਰ ਇਹ ਸ਼੍ਰੀ ਕ੍ਰਿਸ਼ਨ ਜੀ ਦੇ ਅਮਰ ਵਾਕ ਨੇ ਕਿ ਐ ਅਰਜਨ, ਜਦ ਜਦ ਵੀ ਧਰਮ ਦੀ ਗਿਲਾਨੀ ਤੇ ਹਾਨੀ ਹੁੰਦੀ ਹੈ, ਮੇਰਾ ਆਗਮਨ ਹੁੰਦਾ ਹੀ ਰਹਿੰਦਾ ਹੈ, ਮੈਂ ਆਉਂਦਾ ਹੀ ਰਹਿਣਾ। ਦਰਅਸਲ ਉਹ ਪਰਿਪੂਰਨ ਪ੍ਰਮਾਤਮਾ ਜੋਤੀਮਾਨ ਕਿਸੇ ਦੇ ਅੰਦਰ ਮਹਾਨ ਜੋਤ ਉਜਾਗਰ ਕਰਕੇ ਜਗਤ ਨੂੰ ਸੰਦੇਸ਼ ਤੇ ਉਪਦੇਸ਼ ਦੇਣ ਲਈ ਆਉਂਦਾ ਹੈ। ਬਹੁਤੀ ਗਰਮੀ, ਬਹੁਤੀ ਤਪਸ਼, ਕੜਕਦੀ ਹੋਈ ਲੂ, ਇਸ ਗੱਲ ਦਾ ਆਗਮਨ ਹੈ ਕਿ ਬਰਖਾ ਹੋਵੇਗੀ, ਬਰਸਾਤ ਹੋਵੇਗੀ। ਹੁਮ ਹੈ, ਗੁਮ ਹੈ, ਤਪਸ਼ ਹੈ, ਸੇਕ ਹੈ, ਲੂ ਹੈ। ਸਿਆਣੇ ਕਹਿੰਦੇ ਨੇ ਹੁਣ ਬਦਲਾਂ ਦੇ ਆਉਣ ਦੇ ਵਿੱਚ ਦੇਰੀ ਨਹੀਂ, ਹੁਣ ਬਰਖਾ ਦੇ ਹੋਣ ਦੇ ਤਸ਼ੱਦਦ ਹੈ, ਅਨਰਥ ਹੈ, ਘੋਰ ਅਤਿਆਚਾਰ ਹੈ। ਤੋ ਧਾਰਮਿਕ ਪੁਰਸ਼ ਕਹਿ ਦਿੰਦੇ ਨੇ ਕਿ ਹੁਣ ਪ੍ਰਭੂ ਕੋਈ ਨਾ ਕੋਈ ਅਵਤਾਰ ਧਾਰਨ ਕਰੇਗਾ। ਸਮਾਜਿਕ ਤੌਰ ਤੇ, ਰਾਜਨੀਤਿਕ ਤੌਰ ਤੇ ਔਰ ਧਾਰਮਿਕ ਤੌਰ ਤੇ ਜਦ ਇਹ ਦੇਸ਼ ਪਸਤੀਆਂ ਦੇ ਖੱਡੇ ਤੇ ਜਾ ਗਿਰਿਆ, ਉਦੋਂ ਗੁਰੂ ਨਾਨਕ ਦਾ ਆਗਮਨ ਹੋਇਆ, ਉਦੋਂ ਗੁਰੂ ਨਾਨਕ ਦਾ ਅਵਤਾਰ ਹੋਇਆ। ਤੁਲਸਾਂ ਦਾਈ ਦੇ ਮੁਖਾਰਬਿੰਦ ਤੋਂ ਨਿਕਲੇ ਬਚਨ, ਇਹ ਤੇ ਕੋਈ ਸੂਰੀਏ ਆਇਆ ਹੈ, ਇਹ ਤੇ ਕੋਈ ਆਫਤਾਬ ਆਇਆ ਹੈ। ਜਗਤ ਤੇ ਹਰ ਬੱਚਾ ਰੋਂਦਾ ਹੋਇਆ ਜਨਮ ਲੈਂਦਾ ਹੈ। ਇਹ ਠੀਕ ਹੈ ਕਿ ਪਸ਼ੂਆਂ ਦੇ ਬੱਚੇ ਖਾਮੋਸ਼ੀ ਨਾਲ ਜਨਮ ਲੈਂਦੇ ਨੇ, ਕਿਸੇ ਹੱਦ ਤੱਕ ਪੰਛੀਆਂ ਦੇ ਬੱਚੇ ਅੰਡਿਆਂ ਦੇ ਚੋਂ ਚਹਿਚਹਾਉਂਦੇ ਹੋਏ ਨਿਕਲਦੇ ਨੇ, ਪਰ ਮਨੁੱਖੀ ਬੱਚਾ ਰੋਂਦਾ ਹੋਇਆ ਹੀ ਜਨਮ ਲੈਂਦਾ ਹੈ। ਔਰ ਇਹ ਰੋਣਾ ਕਿਸੇ ਹੱਦ ਤੱਕ ਜੀਵਨ ਭਰ ਕਾਇਮ ਰਹਿੰਦਾ ਹੈ। ਰੋਂਦਾ ਹੋਇਆ ਜੰਮਦਾ ਹੈ, ਰੋਂਦਾ ਹੋਇਆ ਜੀਵਦਾ ਹੈ, ਔਰ ਰੋਂਦਾ ਹੋਇਆ ਹੀ ਮਰ ਜਾਂਦਾ ਹੈ। ਇਹ ਮਨੁੱਖ ਦਾ ਅਭਾਗ ਹੈ, ਮਨੁੱਖ ਦਾ ਦੁਰਭਾਗ ਹੈ। ਅਗਰ ਇਹ ਰੋਂਦਾ ਹੋਇਆ ਹੀ ਜੰਮਿਆ ਤੇ ਰੋਂਦਾ ਹੋਇਆ ਹੀ ਮਰ ਗਿਆ, ਜੀਵਨ ਯਾਤਰਾ ਨਿਸਫਲ ਚਲੀ ਗਈ, ਜ਼ਿੰਦਗੀ ਅਕਾਰਤ ਚਲੀ ਗਈ। ਐ ਪੁਰਖ, ਜੇ ਤੂੰ ਰੋਂਦਾ ਹੋਇਆ ਜੰਮਿਆ ਤਾਂ ਕਮ ਸੇ ਕਮ ਰੁਖਸਤ ਹੋਣ ਲੱਗਿਆ ਤੇ ਮੁਸਕਰਾਹਟ ਹੋਵੇ। ਅਗਰ ਰੁਖਸਤ ਹੋਣ ਲੱਗਿਆ ਮੁਸਕਰਾਹਟ ਹੈ तो समझ लो जिंदगी सफल हुई, आमना सफल होया, जीवना सफल होया। तो अक्सर मनुखी बच्चे जगत दे रोंदे हुए जन्म लेंदे ने। रूहे जमीन ते एक ऐसा कारामद महान पुरुष दा आगमन होया जो हसदा आया है। और तुलसा हैरान है, हसदे हुए जन्म, बालक दे बुल्लां ते मुस्कुराहट है, चेहरे ते नूर है, हासा है, खिड़खड़ाहट है। ਇੱਥੇ ਤੱਕ ਹੀ ਕਹਿਣਾ ਪਏਗਾ ਕਿ ਜੋ ਰੋਂਦਾ ਹੋਇਆ ਆਇਆ ਹੈ, ਇਹ ਰੋਵੇਗਾ, ਇਹ ਰੁਲਾਏਗਾ, ਪਰ ਜੋ ਹੱਸਦਾ ਹੋਇਆ ਆਇਆ ਹੈ, ਮੁਸਕਰਾਉਂਦਾ ਹੋਇਆ ਆਇਆ ਹੈ, ਇਹਨੇ ਖੇੜੇ ਵੰਡਣੇ ਨੇ, ਇਹਨੇ ਖੁਸ਼ੀਆਂ ਵੰਡਣੀਆਂ ਨੇ, ਇਹਨੇ ਹੱਸਣਾ ਹੈ, ਇਹਨੇ ਹਸਾਣਾ ਹੈ, ਇਹਨੇ ਜਗਤ ਦੀ ਝੋਲੀ ਦੇ ਵਿੱਚ ਆਨੰਦ ਪਾਣਾ ਹੈ ਤੇ ਖੁਸ਼ੀਆਂ ਪਾਣੀਆਂ ਨੇ। ਤੋ ਜਗਤ ਗੁਰੂ ਬਾਬੇ ਦਾ ਆਗਮਨ ਹੋਇਆ ਹੈ ਮੁਸਕਰਾਉਂਦੇ ਹੋਇਆ, ਹੱਸਦੇ ਹੋਇਆ। ਪਿਤਾ ਕਾਲੂ ਜੀ ਦੀ, ਤ੍ਰਿਪਤਾ ਜੀ ਦੀ ਪਹਿਲੀ ਔਲਾਦ ਦਾ ਜਨਮ ਕਾਲੂ ਜੀ ਦੇ ਸਹੁਰੇ ਪਰਿਵਾਰ ਦੇ ਵਿੱਚ ਹੋਇਆ। ਤ੍ਰਿਪਤਾ ਜੀ ਦਾ ਉਹਨਾਂ ਦਿਨਾਂ ਦੇ ਵਿੱਚ ਵਾਸਾ ਮਾਤਾ ਪਿਤਾ ਦੇ ਘਰ ਦੇ ਵਿੱਚ ਸੀ। ਬੱਚੀ ਦਾ ਜਨਮ ਹੋਇਆ ਤੇ ਨਾਨੀ ਦੀ ਰਸਨਾ ਤੋਂ ਨਿਕਲਿਆ, ਇਹ ਤੇ ਨਾਨਕਿਆਂ ਦੀ। ਨਾਨੀ ਦਾ ਬੜਾ ਪਿਆਰ, ਬਈ ਇਹ ਤੇ ਨਾਨੀ ਦੀ ਹੈ। ਨਾਨੇ ਦਾ ਬੜਾ ਪਿਆਰ, ਬਈ ਇਹ ਤੇ ਨਾਨੇ ਦੀ ਹੈ। ਤੇ ਜਦ ਨਾਨੇ ਦੇ ਮੂੰਹੋਂ ਨਿਕਲਿਆ ਇਹ ਨਾਨੇ ਦੀ ਹੈ, ਨਾਨੀ ਦੇ ਮੂੰਹੋਂ ਨਿਕਲਿਆ ਇਹ ਨਾਨੀ ਦੀ ਹੈ, ਤੋ ਪਰਿਵਾਰ ਦੇ ਚ ਇਹ ਗੱਲ ਚੱਲ ਪਈ, ਇਹ ਤੇ ਨਾਨਕਿਆਂ ਦੀ। ਨਾਮ ਪੈ ਗਿਆ ਨਾਨਕੀ। ਇਹ ਨਾਮ ਧੁਰ ਦਰਗਾਹੋਂ ਆਇਆ, ਸੁਭਾਵਕ ਆਇਆ, ਅੰਤਰ ਆਤਮੇ ਚੋਂ ਇਸ ਨਾਮ ਨੇ ਜਨਮ ਲਿਆ, ਨਾਨਕੀ। ਮੁੱਦਤ ਪਾ ਰਾਏ ਭੋਏ ਦੀ ਤਲਵੰਡੀ ਦੇ ਚ ਕੱਤਕ ਦੀ ਪੂਰਨਮਾਸ਼ੀ ਨੂੰ ਸਨ 1469 ਈਸਵੀ ਨੂੰ ਤ੍ਰਿਪਤਾ ਜੀ ਦੀ ਕੁੱਖ ਤੋਂ ਪਿਤਾ ਕਲਿਆਣ ਦਾਸ ਜੀ ਦੇ ਘਰ ਦੇ ਚ ਦੂਸਰੀ ਔਲਾਦ ਦਾ ਜਨਮ ਹੋਇਆ। ਔਰ ਤ੍ਰਿਪਤਾ ਜੀ ਨੇ ਇਸ ਬਾਲਕ ਨੂੰ ਚੁੱਕ ਕੇ ਨਾਨਕੀ ਦੀ ਗੋਦ ਵਿੱਚ ਪਾਇਆ, ਉਸ ਮਾਸੂਮ ਨਾਨਕੀ ਦੀ ਗੋਦ ਵਿੱਚ, ਤੇ ਆਖਿਆ
ਇਹ ਨਾਨਕੀ ਦਾ ਨਾਨਕ, ਇਹ ਨਾਨਕੀ ਦਾ ਵੀਰ ਨਾਨਕ। ਇਸ ਤਰ੍ਹਾਂ ਇੱਕ ਮਾਂ ਦੇ ਮੂੰਹੋਂ ਨਾਮ ਨਿਕਲਿਆ ਔਰ ਇੱਕ ਨਾਮ ਮਾਤਾ ਦੇ ਮੂੰਹੋਂ ਨਿਕਲਿਆ। ਭਾਵ ਪੁੱਤਰੀ ਦਾ ਨਾਮ ਨਾਨਕ, ਤੇ ਆਖਿਆ ਇਹ ਨਾਨਕੀ ਦਾ ਨਾਨਕ, ਇਹ ਨਾਨਕੀ ਦਾ ਵੀਰ ਨਾਨਕ। ਇਸ ਤਰ੍ਹਾਂ ਇੱਕ ਮਾਂ ਦੇ ਮੂੰਹੋਂ ਨਾਮ ਨਿਕਲਿਆ ਔਰ ਇੱਕ ਨਾਮ ਮਾਤਾ ਦੇ ਮੂੰਹੋਂ ਨਿਕਲਿਆ। ਭਾਵ ਪੁੱਤਰੀ ਦਾ ਨਾਮ ਨਾਨੀ ਨੇ ਰੱਖਿਆ, ਪੁੱਤਰ ਦਾ ਨਾਮ ਮਾਤਾ ਨੇ ਰੱਖਿਆ। ਕਿਸੇ ਰਸਮੋ ਰਿਵਾਜ ਦੀ ਛਾਪ ਨਹੀਂ, ਬਲਕਿ ਇਹਨਾਂ ਨਾਮਾਂ ਦੇ ਉੱਤੇ ਨਿਰੰਕਾਰ ਦੀ ਛਾਪ ਹੈ, ਕਰਤਾਰ ਦੀ ਛਾਪ ਹੈ, ਪਰਮਾਤਮਾ ਦੀ ਛਾਪ ਹੈ। ਇਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਸੰਸਕਾਰ ਹੋ ਗਿਆ ਔਰ ਦੁਨੀਆ ਦੇ ਵਿੱਚ ਵਾਕਈ ਇਹ ਪਹਿਲਾ ਨਾਮ, ਇਹ ਅਦੁੱਤੀ ਨਾਮ। ਕਯਾਮਤ ਨਾਮੇ ਦੇ ਬਾਣੀ ਵਲੀ ਨਿਆਮਤ ਅਲੀ ਸ਼ਾਹ ਦਾ ਕਹਿਣਾ ਹੈ, ਬੂਦ ਨਾਨਕ ਆਰਫੇ ਮਰਦੇ ਖੁਦਾ, ਰਾਜ਼ ਹਾਏ ਮਾਰਫਤ ਜੋ ਰਾਹੇ ਖੁਸ਼ਾ। ਜਗਤ ਦੇ ਵਿੱਚ ਇੱਕ ਨਾਨਕ ਨਾਮ ਦਾ ਖੁਦਾਵੰ ਤਾਲਾ ਦਾ ਨਜ਼ਦੀਕੀ, ਖੁਦਾ ਦੇ ਰਾਜ਼ ਨੂੰ ਸਮਝਣ ਵਾਲਾ ਪ੍ਰਗਟ ਹੋਵੇਗਾ, ਜੋ ਦੁਨੀਆ ਦੇ ਉੱਤੇ ਖੁਦਾ ਦੇ ਗੁੱਝੇ ਭੇਦ ਮੁਨਜ਼ਰ ਆਮ ਕਰੇਗਾ, ਪ੍ਰਗਟ ਕਰੇਗਾ। ਔਰ ਜੋ ਇੱਕ ਸਿੱਧਾ ਤੇ ਸਰਲ ਤੇ ਸੌਖਾ ਮਾਰਗ ਪਰਮਾਤਮਾ ਦੀ ਪ੍ਰਾਪਤੀ ਦਾ ਜਗਤ ਨੂੰ ਦੱਸੇਗਾ। ਬੂਦ ਨਾਨਕ ਆਰਫੇ ਮਰਦੇ ਖੁਦਾ, ਰਾਜ਼ ਹਾਏ ਮਾਰਫਤ ਜੋ ਰਾਹੇ ਕੁਸ਼ਾ। ਸੋ ਇਸ ਤਰੀਕੇ ਦੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਹੋਇਆ ਤੇ ਆਪ ਸਹਿਜੇ ਸਹਿਜੇ ਵੱਡੇ ਹੋ ਰਹੇ ਨੇ। ਬੱਚਿਆਂ ਨਾਲ ਆਪ ਖੇਡਦੇ ਨੇ, ਪਰ ਖੇਡਦੇ ਚ ਵੀ ਧੁਨੀ ਸਤਨਾਮ ਦੀ ਲਾਉਂਦੇ ਨੇ। ਆਮ ਲੋਕਾਂ ਦਾ ਤਾਂ ਕਿਸੇ ਹੱਦ ਤੱਕ ਧਰਮ ਵੀ ਖੇਡ ਹੈ, ਖਿਲੌਣਾ ਹੈ, ਪਰ ਬਾਬੇ ਦਾ ਖੇਡਣਾ ਵੀ ਧਰਮ ਹੈ, ਸਾਧਨਾ ਹੈ, ਸਮਾਧੀ ਹੈ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੌਣਾ ਜਾਣਾ। ਲੋਕਾਂ ਨੇ ਰੱਬ ਨੂੰ ਖਿਡੌਣਾ ਹੀ ਸਮਝਿਆ ਔਰ ਖਿਡੌਣੇ ਨਾਲ ਤੇ ਮਨੁੱਖ ਖੇਡਦਾ ਹੈ। ਤੋ ਜਗਤ ਲਈ ਧਰਮ ਇੱਕ ਖਿਡੌਣਾ ਹੈ, ਇੱਕ ਖੇਡ ਹੈ, ਪਰ ਬਾਬੇ ਲਈ ਖੇਡ ਵੀ ਧਰਮ ਹੈ, ਬਾਬੇ ਲਈ ਖੇਡ ਵੀ ਪ੍ਰਮਾਤਮਾ ਹੈ, ਬਾਬੇ ਲਈ ਖੇਡਣਾ ਵੀ ਸਮਾਧੀ ਹੈ। ਤੋ ਆਪ ਬੱਚਿਆਂ ਨਾਲ ਖੇਡਦੇ ਨੇ, ਗੱਲ ਸਤਨਾਮ ਦੀ ਕਰਦੇ ਨੇ, ਗੱਲ ਪ੍ਰਮਾਤਮਾ ਦੀ ਕਰਦੇ ਨੇ, ਗੱਲ ਅਕਾਲ ਪੁਰਖ ਦੀ ਕਰਦੇ ਨੇ ਔਰ ਇਸ ਬਿਸਮਾਦ ਅਵਸਥਾ ਚ ਕਰਦੇ ਨੇ। ਇਤਨੇ ਰੰਗੇ ਹੋਏ ਢੰਗ ਨਾਲ ਕਰਦੇ ਨੇ, ਇਤਨੀ ਇਕਾਗਰਤਾ ਦੇ ਨਾਲ ਕਰਦੇ ਨੇ ਕਿ ਆਪ ਦੀ ਇਕਾਗਰਤਾ ਦਾ ਅਸਰ ਬੱਚਿਆਂ ਤੇ ਵੀ ਪਿਆ ਔਰ ਬੱਚੇ ਵੀ ਸਮਾਧੀ ਲੀਨ ਹੋਏ। ਧਨ ਨੇ ਉਹ ਬੱਚੇ ਜਿਨ੍ਹਾਂ ਨੂੰ ਗੁਰੂ ਨਾਨਕ ਦੇ ਸੰਗ ਖੇਡਣਾ ਨਸੀਬ ਹੋਇਆ ਔਰ ਗੁਰੂ ਨਾਨਕ ਦੇ ਸੰਗ ਸਮਾਧੀ ਲਾਣ ਦੀ ਜਾਚ ਆਈ ਔਰ ਗੁਰੂ ਨਾਨਕ ਦੇ ਬੋਲ ਨੂੰ ਸੁਣ ਕੇ ਉਹ ਪ੍ਰਮਾਤਮਾ ਨਾਲ ਜੁੜੇ, ਅਕਾਲ ਪੁਰਖ ਦੇ ਨਾਲ ਜੁੜੇ। ਆਪ ਦੀਆਂ ਇਨ੍ਹਾਂ ਰੁਚੀਆਂ ਨੂੰ ਵੇਖ ਕੇ ਮਾਤਾ ਪਿਤਾ ਨੂੰ ਚਿੰਤਾ ਜ਼ਰੂਰ ਹੋਈ। ਲਿਹਾਜ਼ਾ ਆਪ ਜਦ ਗਾਲਬਨ 8 ਵਰਿਆਂ ਦੇ ਹੋਏ ਤਾਂ ਮਾਤਾ ਪਿਤਾ ਨੇ ਗੋਪਾਲ ਪਾਂਦੇ ਕੋਲ ਬਿਠਾਇਆ। ਗੋਪਾਲ ਜੀ, ਆਪ ਇਹਨਾਂ ਨੂੰ ਵਕਤ ਦੀ ਵਿਦਿਆ ਪੜਾਓ, ਵਕਤ ਦਾ ਗਿਆਨ ਦਿਓ ਔਰ ਇਹ ਪਟਵਾਰੀ ਦੇ ਪੁੱਤਰ ਨੇ, ਇਹਨਾਂ ਨੇ ਕੰਮ ਧੰਦਾ ਕਰਨਾ ਹੈ, ਵਪਾਰ ਕਰਨਾ ਹੈ, ਹੋਰ ਪਸਾਰਾ ਇਹਨਾਂ ਨੇ ਪਸਾਰਨਾ ਹੈ। ਇਸ ਲਈ ਆਪ ਇਹਨਾਂ ਨੂੰ ਮਹਾਨ ਵਿਦਵਾਨ ਬਣਾਓ। ਕਹਿੰਦੇ ਨੇ ਪਾਠਸ਼ਾਲਾ ਦੇ ਵਿੱਚ ਜਦ ਗੁਰੂ ਨਾਨਕ ਦੀ ਤਖਤੀ ਦੇ ਉੱਤੇ ਗੋਪਾਲ ਪਾਂਦੇ ਨੇ ਊੜਾ ਲਿਖਿਆ ਔਰ ਊੜਾ ਇਸ ਗੱਲ ਦੀ ਸੂਚਨਾ ਵੀ ਹੈ ਕਿ ਇਹ ਲਿਪੀ ਗੁਰੂ ਨਾਨਕ ਤੋਂ ਪਹਿਲੇ ਸੀ ਔਰ ਇਹ ਲਿਪੀ ਕੁਝ ਐਸੀਆਂ ਪੁਸਤਕਾਂ ਦੇ ਵਿੱਚ ਵੀ ਮਿਲੀ ਹੈ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪਹਿਲੇ ਦੀਆਂ ਲਿਖੀਆਂ ਹੋਈਆਂ ਨੇ। ਲਿਹਾਜ਼ਾ ਭਾਸ਼ਾ ਵਿਭਾਗ ਨੇ ਵੀ ਇਸ ਸੰਬੰਧ ਵਿੱਚ ਸੋਧ ਕਰਕੇ ਦਾਅਵਾ ਕੀਤਾ ਹੈ ਕਿ ਲਿਪੀ ਬਹੁਤ ਪੁਰਾਣੀ, ਸਿਰਫ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਪਣਾਇਆ ਹੈ ਤੇ ਅਪਣਾਉਣ ਕਰਕੇ ਇਸ ਲਿਪੀ ਦਾ ਨਾਮ ਪੈ ਗਿਆ ਗੁਰਮੁਖੀ। ਇਸ ਲਿਪੀ ਦੀ ਪੜ੍ਹਾਈ ਜਾਰੀ ਕੀਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਔਰ ਬਾਅਦ ਵਿੱਚ ਸਹਿਜੇ ਸਹਿਜੇ ਇਹ ਲਿਪੀ ਪੰਜਾਬ ਦੇ ਭਾਸ਼ਾਵਾਂ ਵਿੱਚ ਔਰ ਬੋਲਚਾਲ ਵਿੱਚ ਅੱਖਰਾਂ ਵਿੱਚ ਲਿਖੀ ਜਾਣ ਲੱਗੀ ਔਰ ਇਸ ਢੰਗ ਦੇ ਨਾਲ तमाम ਧਾਰਮਿਕ ਸਿੱਖ ਜਗਤ ਦਾ ਸਾਹਿਤ, ਇਤਿਹਾਸ, ਗਿਆਨ ਇਸ ਲਿਪੀ ਦੇ ਵਿੱਚ ਲਿਖਿਆ ਗਿਆ। ਊੜਾ ਲਿਖਿਆ ਗੋਪਾਲ ਪਾਂਦੇ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪੁੱਛਦੇ ਨੇ ਇਸ ਦਾ ਅਰਥ। ਤੋ ਪਾਂਦਾ ਕਹਿੰਦਾ ਇੱਕ ਅੱਖਰ ਦਾ ਤੇ ਕੋਈ ਅਰਥ ਨਹੀਂ।
ਆਖਿਰ ਇੱਕ ਦੋ ਅਕਸ਼ਰ ਜੁੜਨ, ਪੂਰਾ ਸ਼ਬਦ ਬਣੇ ਤੇ ਫਿਰ ਉਸ ਦੇ ਅਰਥ ਹੋ ਸਕਦੇ ਨੇ। ਇੱਕ ਦਾ ਤੇ ਕੋਈ ਅਰਥ ਨਹੀਂ, ਊੜੇ ਦਾ ਤੇ ਕੋਈ ਅਰਥ ਨਹੀਂ। ਤੋ ਬਾਲਕ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਪਾਂਦਾ ਜੀ ਇਹ ਊੜਾ ਬੇਮੈਨੀ ਹੈ। ਹਾਂ, ਬੇਮੈਨੀ ਹੈ, ਇਹਦੇ ਕੋਈ ਮੈਨੇ ਨਹੀਂ, ਇਸ ਦਾ ਕੋਈ ਅਰਥ ਨਹੀਂ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕਦਮ ਆਪਣੇ ਬਸਤਰ ਝਾੜ ਕੇ ਖੜੇ ਹੋ ਗਏ ਔਰ ਕਹਿਣ ਲਗੇ, ਪਾਂਦਾ ਜੀ ਫਿਰ ਬੇਮੈਨੀ ਅੱਖਰ ਮੈਂ ਨਹੀਂ ਪੜ੍ਹਨੇ, ਔਰ ਇਸ ਦੁਨੀਆ ਦੇ ਵਿੱਚ ਮੈਂ ਬੇਮੈਨੀ ਅੱਖਰ ਪੜ੍ਹਨ ਵਾਸਤੇ ਨਹੀਂ ਆਇਆ। ਜਿਸ ਅੱਖਰ ਦਾ ਕੋਈ ਮਕਸਦ ਨਹੀਂ, ਜਿਸ ਅੱਖਰ ਦਾ ਕੋਈ ਅਰਥ ਨਹੀਂ, ਜਿਸ ਲਫ਼ਜ਼ ਦੇ ਕੋਈ ਮੈਨੇ ਨਹੀਂ, ਉਹ ਮੈਂ ਨਹੀਂ ਪੜ੍ਹਨੇ। ਆਪ ਜੈਸੇ ਚਲੇ ਨੇ ਤੇ ਪਾਂਦੇ ਨੇ ਡਾਂਟ ਕੇ ਰੋਕਿਆ, ਨਾਨਕ ਜੀ ਗੱਲ ਸੁਣੋ, ਇੱਕ ਅੱਖਰ ਦਾ ਕੋਈ ਮੈਨਾ ਨਹੀਂ ਆਉਂਦਾ, ਇੱਕ ਅੱਖਰ ਦੇ ਕੋਈ ਅਰਥ ਨਹੀਂ ਆਉਂਦੇ। ਸਤਿਗੁਰੂ ਦੇਵ ਜੀ ਮਹਾਰਾਜ ਕਹਿਣ ਲੱਗੇ, ਜੇ ਅਰਥ ਆਉਂਦੇ ਹੋਣ ਤੇ ਊੜਾ ਵੀ ਕਿਸੇ ਦਿਸ਼ਾ ਦੀ ਪ੍ਰੇਰਣਾ ਦਿੰਦੀ ਹੈ, ਐੜਾ ਵੀ ਕਿਸੇ ਮਾਰਗ ਦੀ ਸੂਚਨਾ ਦਿੰਦਾ ਹੈ, ਸੱਸਾ ਵੀ ਕਿਸੇ ਹੋਂਦ ਨਾਲ ਜੋੜਦਾ ਹੈ ਤੇ ਕੱਕਾ ਵੀ ਕਿਸੇ ਦੁਨੀਆ ਦੇ ਵਿੱਚ ਪਹੁੰਚਾਉਂਦਾ ਹੈ। ਤੋ ਹੈਰਾਨ ਹੋ ਗਿਆ ਪਾਂਦਾ, ਔਰ ਉਹ ਕਹਿੰਦਾ ਹੈ ਇਹ ਨਾਮੁਮਕਿਨ ਹੈ, ਐਸਾ ਨਹੀਂ ਹੋ ਸਕਦਾ ਕਿ ਇੱਕ ਅੱਖਰ ਦੇ ਵੀ ਕੋਈ ਮੈਨੇ ਹੋਣ, ਕੋਈ ਅਰਥ ਹੋਵੇ। ਲਿਖ ਕੇ ਦੱਸੋ, ਮੈਨੂੰ ਦੱਸੋ। ਤੋ ਮੇਰੇ ਪਾਤਸ਼ਾਹ ਨੇ ਆਪਣੇ ਉਸਤਾਦ ਦੇ ਸਾਹਮਣੇ ਪੱਟੀ ਲਿਖੀ ਹੈ, ਪਾਂਦੇ ਦੇ ਸਾਹਮਣੇ ਪੱਟੀ ਲਿਖੀ ਹੈ, ਔਰ ਇਹ ਪੱਟੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਸਾ ਰਾਗ ਦੇ ਅੰਦਰ ਦਰਜ ਹੈ, ਔਰ ਜਿਸ ਦਾ ਸਿਰਲੇਖ ਹੈ ਆਸਾ ਮੱਲਾ ਪਹਿਲਾ ਪੱਟੀ ਲਿਖੀ। ਗੁਰੂ ਨਾਨਕ ਨੇ ਤਖਤੀ ਲਿਖੀ, ਗੁਰੂ ਨਾਨਕ ਨੇ ਪੱਟੀ ਲਿਖੀ, ਜਿਸ ਨੂੰ ਪੜ੍ਹ ਕੇ ਪਾਂਦਾ ਸਮਾਧੀ ਦੇ ਚਲਾ ਗਿਆ। ਸੱਸੇ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਕਾਰਨ ਏਕ ਭਇਆ। ਐ ਪਾਂਦੇ ਤੂੰ ਸੱਸੇ ਤੂੰ ਇਹ ਪ੍ਰੇਰਣਾ ਕਿਉਂ ਨਹੀਂ ਲੈਂਦਾ ਕਿ ਉਸਨੇ ਹੀ ਸਾਰੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, ਉਹੀ ਸਾਜਨਹਾਰ ਹੈ। ਸੱਸੇ ਤੇ ਤੂੰ ਇਹ ਪ੍ਰੇਰਣਾ ਲੈ ਕੇ ਉਹ ਸਾਜਨਹਾਰ ਹੈ, ਉਹ ਸ੍ਰਿਸ਼ਟੀ ਦਾ ਰਚੈਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਪ ਦੀ ਪੱਟੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦੀ 52 ਅੱਖਰੀ ਹੈ ਤੇ ਭਗਤ ਕਬੀਰ ਜੀ ਮਹਾਰਾਜ ਦੀ 52 ਅੱਖਰੀ ਹੈ। ਇੱਕ ਇੱਕ ਅੱਖਰ ਤੋਂ ਪਰਮਾਤਮਾ ਦੀ ਦਿਸ਼ਾ ਦੀ ਪ੍ਰੇਰਣਾ ਲੈਣੀ। ਜੈਸੇ ਭਗਤ ਕਬੀਰ ਵੀ ਕਹਿੰਦੇ, ਉਹ ਓੰਕਾਰ ਆਦ ਮੈਂ ਜਾਣਾ, ਲਿਖਿਆ ਰਮੇਠੇ ਤਾਏ ਨ ਮਾਨਾ। ਊੜੇ ਤੋਂ ਮੈਂ ਇਹ ਪ੍ਰੇਰਣਾ ਲੈ ਕਿ ਉਹ ਜੋ ਓੰਕਾਰ ਹੈ ਉਹ ਅਨਾਦਿ ਹੈ, ਉਹ ਮੇਟਿਆ ਨਹੀਂ ਜਾ ਸਕਦਾ, ਉਹ ਬਣਾਇਆ ਨਹੀਂ ਜਾ ਸਕਦਾ, ਉਹ ਆਕਾਰ ਤੋਂ ਰਹਿਤ ਹੈ। ਮੈਂ ਇਸ ਊੜੇ ਤੋਂ ਓੰਕਾਰ ਦੀ ਪ੍ਰੇਰਣਾ ਲਈ ਹੈ, ਮੈਂ ਇਸ ਊੜੇ ਤੋਂ ਓੰਕਾਰ ਦੇ ਨਾਲ ਜੁੜਿਆ, ਔਰ ਮੈਨੂੰ ਇਸ ਊੜੇ ਨੇ ਏਕੇ ਦਾ ਬੋਧ ਕਰਾ ਦਿੱਤਾ ਹੈ। ਦਰਅਸਲ ਕਬੀਰ ਦਾ ਤੇ ਐਸਾ ਕਹਿਣਾ ਹੈ, ਅੱਖਰ ਅੰਦਰ ਤ੍ਰਿਭੁਵਨ ਧਾਰੇ। ਅੱਖਰਾਂ ਦੇ ਵਿੱਚ ਹੀ ਤੇ ਤਿੰਨ ਲੋਕਾਂ ਦਾ ਗਿਆਨ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਫਰਮਾਨ, ਅੱਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਜਗਤ ਦੇ ਸਾਰੇ ਸੰਜੋਗ ਵਿਜੋਗ ਗਿਆਨ ਧਿਆਨ, ਸੰਗੀਤ ਗਾਣਾ ਵਜਾਣਾ, ਇਹਦੀ ਸਾਰੀ ਵਿਦਿਆ ਅੱਖਰਾਂ ਦੇ ਵਿੱਚ ਹੈ। ਇਸ ਵਾਸਤੇ ਗੂੰਗਾ ਨਾ ਦਾਰਸ਼ਨਿਕ ਹੋ ਸਕਦਾ ਹੈ, ਨਾ ਸੰਗੀਤਕਾਰ ਹੋ ਸਕਦਾ ਹੈ। ਜ਼ਿੰਦਗੀ ਦੇ ਹਰ ਪਹਿਲੂ ਦੇ ਦੁਆਰ ਗੂੰਗੇ ਲਈ ਬੰਦ ਹੋ ਜਾਂਦੇ ਨੇ, ਕਿਉਂਕਿ ਉਹਦੇ ਕੋਲ ਅੱਖਰ ਕੋਈ ਨਹੀਂ। ਆਵਾਜ਼ ਹੈ, ਅਲਫਾਜ਼ ਨਹੀਂ ਨੇ, ਧੁਨ ਤੇ ਹੈ ਪਰ ਅਕਸ਼ਰ ਨਹੀਂ ਨੇ। ਤੇ ਅਕਸ਼ਰਾਂ ਦੇ ਨਾਲ ਹੀ ਤੇ ਜਗਤ ਦਾ ਗਿਆਨ ਦਿੱਤਾ ਜਾਂਦਾ ਹੈ ਔਰ ਲਿੱਤਾ ਜਾਂਦਾ ਹੈ। ਇਸ ਵਾਸਤੇ ਗੁਰੂ ਬਾਬਾ ਤੇ ਦਾਅਵੇ ਨਾਲ ਕਹਿੰਦੇ ਨੇ, ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ। ਅੱਖਰਾਂ ਦੇ ਵਿੱਚ ਗੀਤ ਹੋਵੇ, ਅੱਖਰਾਂ ਦੇ ਵਿੱਚ ਗਿਆਨ ਹੋਵੇ ਤੇ ਅੱਖਰਾਂ ਦੇ ਬੋਧ ਨਾਲ ਪ੍ਰਮਾਤਮਾ ਦਾ ਬੋਧ ਮਿਲੇ, ਉਹ ਅੱਖਰ ਬੇਮੈਨੀ ਨਹੀਂ ਹੋ ਸਕਦੇ। ਇੱਕ ਇੱਕ ਅੱਖਰ ਦੇ ਵਿੱਚ ਕੁਝ ਮੈਨਾ ਹੈ, ਇੱਕ ਇੱਕ ਅੱਖਰ ਕਿਸੇ ਦਿਸ਼ਾ ਦੀ ਪ੍ਰੇਰਣਾ ਹੈ, ਔਰ ਇੱਕ ਇੱਕ ਅੱਖਰ ਦੇ ਵਿੱਚ ਅੰਮ੍ਰਿਤ ਰਸ ਭਰਿਆ ਹੋਇਆ ਹੈ। ਅਗਰ ਅੱਖਰਾਂ ਦਾ ਬੋਧ ਹੋਵੇ, ਉਸ ਤਖਤੀ ਨੂੰ ਪੜ੍ਹ ਕੇ, ਉਸ ਪੱਟੀ ਨੂੰ ਪੜ੍ਹ ਕੇ, ਗੁਰੂ ਨਾਨਕ ਦੀ ਬਾਹ ਪਕੜ ਕੇ ਪਾਂਦਾ ਪਿਤਾ ਕਲਿਆਣ ਦਾਸ ਜੀ ਪਾਸ ਆਇਆ ਔਰ ਆਖਣ ਲੱਗਾ, ਪਟਵਾਰੀ ਜੀ, ਮਹਿਤਾ ਜੀ, ਤੁਹਾਡੇ ਇਸ ਬਾਲਕ ਨੂੰ ਮੈਂ ਨਹੀਂ ਪੜਾ ਸਕਦਾ, ਔਰ ਹਕੀਕਤ ਇਹ ਹੈ, ਸਚਾਈ ਇਹ ਹੈ, ਇਹ ਜਗਤ ਵਿੱਚ ਪੜਨ ਵਾਸਤੇ ਨਹੀਂ ਆਇਆ, ਪੜਾਉਣ ਵਾਸਤੇ ਆਇਆ ਹੈ। ਇਹ ਕੁਝ ਸਮਝਣ ਲਈ ਨਹੀਂ ਆਇਆ, ਇਹ ਸਮਝਾਉਣ ਲਈ ਆਇਆ ਹੈ। ਜਨਮਾਂ ਜਨਮਾਂਤਰਾਂ ਦੇ ਬੰਦ ਦੁਆਰ ਅੱਜ ਇਸਨੇ ਮੇਰੇ ਖੋਲ ਦਿੱਤੇ ਨੇ। ਅੱਜ ਮੇਰੇ ਦੁਆਰ, ਮੇਰੇ ਕਪਾਟ ਖੁੱਲ ਗਏ ਨੇ। ਅੱਜ ਮੈਨੂੰ ਹਕੀਕਤ ਦਾ ਬੋਧ ਹੋਇਆ। ਮੈਂ ਬਹੁਤ ਕੁਝ ਪੜਾਇਆ ਹੈ, ਬਹੁਤ ਕੁਝ ਪੜਾਇਆ ਹੈ, ਪਰ ਅਫਸੋਸ ਮੈਂ ਤੇ ਇੱਕ ਅੱਖਰ ਵੀ ਨਹੀਂ ਪੜਿਆ। ਪਰ ਅੱਜ ਇਹ ਜੋ ਮੇਰੇ ਕੋਲ ਬਾਲਕ ਪੜਨ ਆਇਆ ਹੈ, ਇਹਨੇ ਮੈਨੂੰ ਬਹੁਤ ਕੁਝ ਪੜਾ ਦਿੱਤਾ। ਇੱਕ ਅੱਖਰ ਵਿੱਚ ਬਹੁਤ ਕੁਝ ਪੜਾ ਦਿੱਤਾ, ਬਹੁਤ ਸਾਰਾ ਬੋਧ ਕਰਾ ਦਿੱਤਾ, ਬਹੁਤ ਸਾਰਾ ਗਿਆਨ ਕਰਾ ਦਿੱਤਾ।
ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦ ਇਸ ਢੰਗ ਨਾਲ ਪਾਂਦਾ ਨਹੀਂ ਪੜਾ ਸਕਿਆ ਤੋ ਮਜਬੂਰ ਹੋ ਕੇ ਪਿਤਾ ਕਲਿਆਣ ਦਾਸ ਜੀ ਨੇ ਮੌਲਵੀ ਪਾਸ ਬਿਠਾਇਆ। ਆਖਿਆ ਮੌਲਵੀ ਸਾਹਿਬ ਤੁਸੀਂ ਪਰਸ਼ੀਅਨ ਪੜਾਓ, ਇਹਨਾਂ ਨੂੰ ਫਾਰਸੀ ਪੜਾਓ। ਤਾਂ ਗੁਰੂ ਨਾਨਕ ਦਾ ਉੱਥੇ ਵੀ ਇਹੀ ਪ੍ਰਸ਼ਨ ਸੀ, ਮੌਲਵੀ ਸਾਹਿਬ ਅਲਫ ਦੇ ਮਾਇਨੇ ਦੱਸੋ, ਅਲਫ ਦੇ ਅਰਥ ਦੱਸੋ। ਤੇ ਮੌਲਵੀ ਨੇ ਸਿਰ ਠੋਕ ਕੇ ਕਹਿ ਦਿੱਤਾ ਅਲਫ ਇਹਦੇ ਕੋਈ ਮਾਇਨੇ ਨਹੀਂ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਅਲਫ ਤੇ ਆਪਣੇ ਵਿੱਚ ਅੱਲਾ ਨੂੰ ਛੁਪਾਈ ਬੈਠਾ। ਜੋ ਅਲਫ ਦਾ ਉਚਾਰਨ ਨਹੀਂ ਕਰ ਸਕਦਾ ਉਹ ਅੱਲਾ ਦਾ ਉਚਾਰਨ ਕਿਸ ਤਰ੍ਹਾਂ ਕਰੇਗਾ? ਤੇ ਜੋ ਅੱਲਾ ਦਾ ਉਚਾਰਨ ਨਹੀਂ ਕਰ ਸਕਦਾ ਉਹ ਅੱਲਾ ਨਾਲ ਜੁੜੇਗਾ ਕਿਸ ਤਰ੍ਹਾਂ? ਅੱਲਾ ਨੂੰ ਸਮਝੇਗਾ ਕਿਸ ਤਰ੍ਹਾਂ? ਤੋ ਅਲਫ ਤੇ ਕਿਸੇ ਮਾਰਗ ਦੀ ਪ੍ਰੇਰਣਾ ਹੈ, ਅਲਫ ਤੇ ਕਿਸੇ ਨਾਲ ਜੁੜਨ ਦਾ ਬਹਾਨਾ ਹੈ, ਅਲਫ ਤੇ ਕਿਸੇ ਮੰਜ਼ਿਲੇ ਮਕਸੂਦ ਤੱਕ ਪਹੁੰਚਣ ਦਾ ਇੱਕ ਸਹਾਰਾ ਹੈ। ਗੁਰੂ ਨਾਨਕ ਨੇ ਇਹ ਬਚਨ ਇਤਨੇ ਬਿਸਮਾਦੀ ਰੰਗ ਵਿੱਚ ਕਹੇ, ਇਤਨੀ ਇਕਾਗਰਤਾ ਵਿੱਚ ਕਹੇ, ਇਤਨੀ ਮਸਤੀ ਵਿੱਚ ਕਹੇ ਕਿ ਹੰਕਾਰੀ ਮੌਲਵੀ ਦਾ ਮਸਤਕ ਝੁਕ ਗਿਆ। ਔਰ ਆਪਨੇ ਗੁਰੂ ਨਾਨਕ ਦੀ ਕਦਮ ਬੋਸੀ ਕੀਤੀ। ਆਖਿਆ ਹਾਂ ਇਹ ਅਲਫ ਤੇ ਅੱਲਾ ਦਾ ਹੀ ਸੂਚਕ ਹੈ, ਇਹ ਅੱਲਾ ਹੀ ਅਲਫ ਦੇ ਸਮਾਇਆ ਹੋਇਆ ਹੈ ਤੇ ਇਹ ਅਲਫ ਹੀ ਅੱਲਾ ਨੂੰ ਪ੍ਰਗਟ ਕਰਦਾ ਹੈ। ਜਦ ਪਿਤਾ ਕਾਲੂ ਮਾਯੂਸ ਹੋਏ ਇਸ ਗੱਲ ਤੋਂ ਕਿ ਮੌਲਵੀ ਨੇ ਔਰ ਪਾਂਦੇ ਨੇ ਵੀ ਗੁਰੂ ਨਾਨਕ ਨੂੰ ਪੜਾਇਆ ਨਹੀਂ, ਤਾਂ ਆਪ ਨੇ ਸਵੈਮ ਕੋਸ਼ਿਸ਼ ਕੀਤੀ ਕਿ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕੁਝ ਦੱਸੀਏ। ਪਰ ਜਿਤਨਾ ਪਿਤਾ ਕਾਲੂ ਜੀ ਜਗਤ ਬਾਰੇ ਦੱਸਦੇ ਨੇ ਉਤਨਾ ਗੁਰੂ ਨਾਨਕ ਦੇਵ ਜੀ ਜਗਤ ਦੇ ਕਰਤੇ ਬਾਰੇ ਗੱਲ ਕਰਦੇ ਨੇ। ਜਿਤਨਾ ਪਿਤਾ ਕਾਲੂ ਸੰਸਾਰ ਦੀ ਗੱਲ ਕਰਦਾ ਹੈ ਉਸ ਤੋਂ ਵੱਧ ਕਈ ਗੁਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਨਿਰੰਕਾਰ ਦੀ ਗੱਲ ਕਰਨ। ਜਿਤਨੀ ਗੱਲ ਪਿਤਾ ਕਾਲੂ ਵਪਾਰ ਦੀ ਕਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਤਨੀ ਹੀ ਗੱਲ ਕਰਤਾਰ ਦੀ ਕਰਨ। ਵਪਾਰ ਤੇ ਕਰਤਾਰ ਦਾ ਤਾਲਮੇਲ ਨਾ ਬੈਠੇ, ਸੰਸਾਰ ਤੇ ਨਿਰੰਕਾਰ ਦਾ ਤਾਲਮੇਲ ਨਾ ਬੈਠੇ, ਔਰ ਇਸ ਤਾਲਮੇਲ ਨਾ ਬੈਠਣ ਕਰਕੇ ਪਿਤਾ ਤੇ ਪੁੱਤਰ ਦਾ ਵੀ ਤਾਲਮੇਲ ਨਾ ਬੈਠੇ। ਔਰ ਪਿਤਾ ਔਖਾ ਹੀ ਰਿਹਾ, ਜੈਸੇ ਜਗਤ ਦੇ ਰਹਿਬਰੀ ਪੁਰਸ਼ਾਂ ਤੋਂ ਮਾਂ-ਬਾਪ ਔਖੇ ਰਹੇ ਨੇ, ਉਂਝ ਵੀ ਸਿਆਣੇ ਕਹਿੰਦੇ ਨੇ ਕਿ ਮਹਾਪੁਰਸ਼ਾਂ ਤੋਂ ਗਾਲਬਨ ਤਿੰਨ ਲੋਕ ਫਾਇਦਾ ਨਹੀਂ ਉਠਾ ਸਕਦੇ। ਪ੍ਰਥਮ ਮਾਂ-ਬਾਪ, ਦੂਸਰੇ ਸ਼ਰੀਕ ਔਰ ਤੀਸਰੇ ਦੁਸ਼ਮਣ। ਇਹ ਮਹਾਪੁਰਸ਼ ਨੂੰ ਬਹੁਤ ਨੇੜਿਓਂ ਨਹੀਂ ਵੇਖ ਸਕਦੇ ਔਰ ਨਾ ਹੀ ਜੋ ਹੈ ਸਮਝ ਸਕਦੇ ਨੇ। ਇਸ ਵਾਸਤੇ ਉਹ ਉੱਪਰੋਂ ਵੇਖਦੇ ਨੇ ਤੇ ਦੂਰੀ ਬਣੀ ਰਹਿੰਦੀ ਹੈ, ਸੰਬੰਧ ਨਹੀਂ ਜੁੜਦਾ। ਤੋ ਪਿਤਾ ਕਾਲੂ ਨੂੰ ਇਸ ਗੱਲ ਦੀ ਚਿੰਤਾ ਹੋਈ ਕਿ ਮੇਰੇ ਘਰ ਦੇ ਤੇ ਉਹ ਪੁੱਤਰ ਆ ਗਿਆ ਹੈ ਜੋ ਸੁਦਾਈ ਹੈ, ਪਰ ਕੌਣ ਪਿਤਾ ਕਲਿਆਣ ਦਾਸ ਨੂੰ ਸਮਝੇ ਔਰ ਦਸਾਵੇ ਕਿ ਕਲਿਆਣ ਦਾਸ ਜੀ, ਪਿਤਾ ਕਾਲੂ ਜੀ ਇਹ ਸੁਦਾਈ ਨਹੀਂ, ਇਹ ਸਾਰੇ ਜਗਤ ਨੂੰ ਮਤ ਦੇਣ ਆਇਆ ਹੈ, ਇਹ ਸਾਰੇ ਜਗਤ ਦੇ ਭੂਤ ਨੇ ਉਤਾਰਨ ਆਇਆ ਹੈ, ਇਹ ਸਮਗਰ ਜ਼ਿੰਦਗੀ ਨੂੰ ਇੱਕ ਤਾਲ ਦੇਣ ਲਈ ਆਇਆ ਹੈ ਔਰ ਸਾਰੇ ਸੰਸਾਰ ਨੂੰ ਉਸ ਇੱਕ ਨਿਰੰਕਾਰ ਦੇ ਨਾਲ ਜੋੜਨ ਲਈ ਆਇਆ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚਾਹੇ ਜਿੱਧਰਨ ਵਿਚਰਨ, ਕਿਸੇ ਪਾਸੇ ਬੈਠਣ, ਘਰ ਦੇ ਚ ਨੇ, ਬਾਹਰ ਨੇ, ਗੱਲ ਇੱਕ ਦੀ ਕਰਦੇ ਨੇ, ਵੇਖਦੇ ਇੱਕ ਨੂੰ ਨੇ, ਬੋਲਦੇ ਇੱਕ ਦੇ ਬਾਰੇ ਨੇ। ਔਰ ਨਾਨਕ ਨਾਮ ਬੜਾ ਖੂਬ ਹੈ, ਨਾ ਅਨੇਕ ਜਿਹਦੇ ਚ ਅਨੇਕਤਾ ਨਹੀਂ, ਜੋ ਇੱਕ ਨਾਲ ਜੁੜਿਆ ਹੈ, ਇੱਕ ਦੀ ਗੱਲ ਕਰਦਾ ਹੈ, ਇੱਕ ਦੇ ਚ ਲੀਨ ਹੈ ਔਰ ਇੱਕ ਦੇ ਚ ਲੀਨ ਹੋ ਕੇ ਜੋ ਆਨੰਦ ਮਾਣਦਾ ਹੈ ਔਰ ਸਮੁੱਚੇ ਜਗਤ ਨੂੰ ਜੋ ਇੱਕ ਨਾਲ ਜੋੜਦਾ ਹੈ, ਉਸੇ ਦਾ ਹੀ ਨਾਂ ਹੈ ਨਾਨਕ। ਤੇ ਪਿਆਰ ਨਾਲ ਸਿੱਖ ਜਗਤ ਨੇ ਆਖਿਆ ਧੰਨ ਗੁਰੂ ਨਾਨਕ, ਗੁਰੂ ਬਾਬਾ ਨਾਨਕ, ਧੰਨ ਗੁਰੂ ਨਾਨਕ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜ਼ਿੰਦਗੀ ਦਾ ਬਹੁ ਪੱਖ ਦਾ ਜੋ ਅਧਿਐਨ ਹੋਇਆ, ਹਰ ਪੱਖ ਆਪ ਦਾ ਕਹਿੰਦੇ ਨੇ ਜੋ ਧਾਰਮਿਕ ਤੌਰ ਤੇ ਮੁਕੰਮਲ ਹੋਵੇ, ਸਮਾਜਿਕ ਤੌਰ ਤੇ ਮੁਕੰਮਲ ਹੋਵੇ ਔਰ ਨੈਤਿਕ ਤੌਰ ਤੇ ਪੂਰਨ ਹੋਵੇ। ਅਕਸਰ ਐਸਾ ਦੇਖਿਆ ਗਿਆ ਹੈ ਕਿ ਜਗਤ ਦੇ ਕੁਝ ਮਹਾਨ ਮਨੁੱਖ, ਪੂਰਨ ਤੇ ਮੈਂ ਨਹੀਂ ਕਵਾਂਗਾ, ਮਹਾਨ ਮਨੁੱਖ, ਕਿਉਂ ਕਿ ਉਹ ਧਾਰਮਿਕ ਪਹਿਲੂ ਤੇ ਮੁਕੰਮਲ ਸਨ, ਲੇਕਿਨ ਸਮਾਜਿਕ ਤੌਰ ਤੇ ਬਿਲਕੁਲ ਟੁੱਟੇ ਹੋਏ, ਆਰਥਿਕ ਦੁਨੀਆ ਨੂੰ ਬਿਲਕੁਲ ਛੱਡ ਗਏ, ਨੈਤਿਕ ਦੁਨੀਆ ਨਾਲ ਦੂਰ ਦਾ ਵੀ ਸੰਬੰਧ ਨਾ ਰੱਖਿਆ, ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਇਸ ਤਰ੍ਹਾਂ ਕਰਦੇ ਨੇ ਕਿ ਸਿੱਧ ਛਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਸਿੱਧ ਪੁਰਸ਼ ਤੋਂ ਮੁਰਾਦ ਉਹ ਸਿੱਧ ਜੋ ਗੱਲ ਨੂੰ ਸਮਝਦੇ ਨੇ, ਜੀਵਨ ਨੂੰ ਸਮਝਦੇ ਨੇ, ਜੀਵਨ ਦੀ ਬਾਰੀਕੀਆਂ ਦੇ ਵਿੱਚ ਜਿਨ੍ਹਾਂ ਨੇ ਬਹੁਤ ਝਾਤ ਮਾਰੀ ਹੈ ਤੇ ਜਿਨ੍ਹਾਂ ਨੂੰ ਅਸਲੀਅਤ ਦਾ ਪਤਾ ਹੈ, ਜੀਵਨ ਦਾ ਪਤਾ ਹੈ। ਅਗਰ ਉਹੀ ਜ਼ਿੰਦਗੀ ਤੋਂ ਕਿਨਾਰਾ ਕਸ਼ ਹੋ ਕੇ ਤੇ ਪਹਾੜਾਂ ਦੀ ਕੰਦਰਾਂ ਤੇ ਜਾ ਬੈਠਣ ਤਾਂ ਕਿਸੇ ਹੱਦ ਤੱਕ ਮਨੁੱਖ ਦੀ ਜ਼ਿੰਦਗੀ ਤੇ ਕੰਦਰ ਹੀ ਬਣ ਕੇ ਰਹਿ ਜਾਏਗੀ। ਮਨੁੱਖਤਾ
ਕੇਵਲ ਪਹਾੜਾਂ ਦੀਆਂ ਕੰਦਰਾਂ ਹੀ ਬਣ ਕੇ ਰਹਿ ਜਾਏਗੀ। ਹੂ ਬਹੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਇਹੀ ਹਾਲਤ ਸੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਸਾਰ ਦੀ ਖਾਤਰ ਨਿਰੰਕਾਰ ਨਹੀਂ ਛੱਡਿਆ ਔਰ ਨਿਰੰਕਾਰ ਦੀ ਖਾਤਰ ਸੰਸਾਰ ਨਹੀਂ ਛੱਡਿਆ। ਅਕਸਰ ਐਸਾ ਦੇਖਿਆ ਗਿਆ ਹੈ, ਇੱਕ ਮਨੁੱਖ ਧਨ ਦੀ ਖਾਤਰ ਧਰਮ ਛੱਡ ਦਿੰਦਾ ਹੈ, ਦੂਜਾ ਮਨੁੱਖ ਧਰਮ ਦੀ ਖਾਤਰ ਧਨ ਛੱਡ ਦਿੰਦਾ ਹੈ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੋਹਾਂ ਨੂੰ ਕਬੂਲ ਕੀਤਾ ਔਰ ਆਖਿਆ ਧਨ ਲੋਕ ਦੀ ਖੁਸ਼ੀ ਹੈ, ਧਰਮ ਪਰਲੋਕ ਦੀ ਖੁਸ਼ੀ ਹੈ। ਧਨ ਤੋਂ ਬਿਨਾ ਸੰਸਾਰ ਵਿੱਚ ਵਿਚਰਨਾ ਔਖਾ ਹੈ ਔਰ ਧਰਮ ਤੋਂ ਬਿਨਾ ਅਧਿਆਤਮਿਕ ਆਨੰਦ ਮਾਣਨਾ ਬਹੁਤ ਔਖਾ ਹੈ। ਤਾਂ ਪੂਰਨ ਮਨੁੱਖ ਵੀ ਉਹੀ ਹੈ ਜਿਹਦੇ ਕੋਲ ਲੋਕਲ ਜ਼ਿੰਦਗੀ ਸੰਪੂਰਨ ਹੈ ਤੇ ਜਿਹਦੇ ਕੋਲ ਪਰਲੋਕ ਦਾ ਆਨੰਦ ਵੀ ਸੰਪੂਰਨ ਤੌਰ ਤੇ ਮੌਜੂਦ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਪਨ ਤੋਂ ਹੀ ਇਹੀ ਸੂਝ-ਬੂਝ ਅਕਾਲ ਪੁਰਖ ਪਰਿਪੂਰਨ ਪ੍ਰਮਾਤਮਾ ਤੋਂ ਲੈ ਕੇ ਆਏ। ਇਸ ਲਈ ਬਚਪਨ ਵਿੱਚ ਵੀ ਆਪ ਦੀ ਇਹ ਸੁਰਤ ਰਹੀ। ਸਹਿਜੇ ਸਹਿਜੇ ਜਦ ਆਪ ਵੱਡੇ ਹੋਏ ਤੇ ਵੱਡੇ ਹੁੰਦਿਆਂ ਧਾਰਮਿਕ ਬਿਰਤੀਆਂ ਵੀ ਆਪ ਦੀਆਂ ਵੱਡੀਆਂ ਹੋਈਆਂ, ਨੈਤਿਕ ਬਿਰਤੀਆਂ ਵੀ ਆਪ ਦੀਆਂ ਵੱਡੀਆਂ ਹੋਈਆਂ, ਸਮਾਜਿਕ ਸੂਝ ਵੀ ਆਪ ਦੀ ਵੱਡੀ ਹੁੰਦੀ ਗਈ ਤੇ ਜਵਾਨ ਹੁੰਦਿਆਂ ਜੈਸੇ ਕਹਿੰਨ ਜਵਾਨੀ 'ਚ ਜੋਸ਼ ਪ੍ਰਧਾਨ ਹੁੰਦਾ ਹੈ ਤਾਂ ਜਵਾਨੀ ਦੇ ਨਾਲ ਨਾਲ ਧਰਮ ਦਾ ਜੋਸ਼ ਵੀ ਆਪ ਦੇ ਅੰਦਰ ਪ੍ਰਧਾਨ ਹੋਇਆ। ਇਤਨਾ ਪ੍ਰਧਾਨ ਕਿ ਆਪ ਕਿਰਤ ਕਰ ਰਹੇ ਨੇ, ਮੋਦੀ ਖਾਨਾ ਚਲਾ ਰਹੇ ਨੇ, ਦਿਨ ਭਰ ਆਪ ਰਸਦ ਦਿੰਦੇ ਨੇ ਨਵਾਬ ਦੇ ਨੌਕਰਾਂ ਨੂੰ ਔਰ ਪ੍ਰਜਾ ਨੂੰ। ਇੱਕ ਦਿਨ ਐਸਾ ਹੋਇਆ ਧਰਮ ਦੇ ਜੋਸ਼ ਨੇ ਸੁਰਤ ਨੂੰ ਇਤਨਾ ਉੱਚਾ ਕੀਤਾ, ਇੱਕ ਗਿਣਿਆ, ਦੋ ਗਿਣਿਆ, ਤਿੰਨ ਗਿਣਿਆ, 11, 12 ਤੇ ਜਦ 13 ਦਾ ਹਿੰਸਾ ਜ਼ਬਾਨ ਤੋਂ ਨਿਕਲਿਆ ਤਾਂ ਸੁਰਤ ਤੇਰੇ ਵਿੱਚ ਹੀ ਲੀਨ ਰਹਿ ਗਈ। 13 ਤੋਂ ਬਾਅਦ ਅੱਗੇ ਨਹੀਂ ਜਾ ਸਕੇ। ਤੇਰਾ ਤੇਰਾ ਸਭ ਕੁਝ ਤੇਰਾ, ਤੇਰਾ ਤੇਰਾ, ਇਸੇ ਹੀ ਧੁਨ ਵਿੱਚ ਖੋ ਗਏ, ਇਸੇ ਵਿੱਚ ਹੀ ਲੀਨ ਹੋ ਗਏ। ਕਿਰਤ ਕਰਦਿਆਂ ਕੀਰਤੀ ਨਹੀਂ ਭੁੱਲੇ ਤੇ ਜੋ ਕਿਰਤ ਕਰਦਿਆਂ ਕੀਰਤੀ ਨਹੀਂ ਭੁੱਲਿਆ ਉਹਦੀ ਕਿਰਤ ਵੀ ਧਰਮ ਹੈ, ਉਹਦੀ ਕਿਰਤ ਵੀ ਬੰਦਗੀ ਹੈ। ਅਕਸਰ ਪੂਰਨ ਪੁਰਖਾਂ ਦਾ ਧੰਦਾ ਵੀ ਧਰਮ ਆਉਂਦਾ ਹੈ ਪਰ ਅਧੂਰੇ ਮਨੁੱਖਾਂ ਦਾ ਤੇ ਧਰਮ ਵੀ ਧੰਦਾ ਆਉਂਦਾ ਹੈ। ਉਹਨਾਂ ਦੇ ਧਰਮ ਦੇ ਚੋਂ ਵੀ ਸੰਸਾਰ ਦੀ ਬਦਬੂ ਆਉਂਦੀ ਹੈ ਜਦਕਿ ਪੂਰਨ ਮਨੁੱਖ ਦੇ ਧੰਦੇ ਦੇ ਚੋਂ ਵੀ ਨਿਰੰਕਾਰ ਦੀ ਸੁਗੰਧੀ ਆਉਂਦੀ ਹੈ, ਖੁਸ਼ਬੂ ਆਉਂਦੀ ਹੈ, ਮਹਿਕ ਆਉਂਦੀ ਹੈ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਇਸ ਢੰਗ ਨਾਲ ਬੈਰਾਗਮਈ ਅਵਸਥਾ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਤੋ ਦੂਰ ਦ੍ਰਿਸ਼ਟੀ ਦੇ ਨਾਲ ਸਮਗਰ ਜਗਤ ਨੂੰ ਵੇਖਿਆ। ਆਪ ਨੂੰ ਜਲਦੀ ਸਭ ਪ੍ਰਿਥਵੀ ਦਿਸ ਆਈ। ਹਰ ਪਾਸੇ ਨੈਤਿਕ ਦੁਨੀਆ ਵਿੱਚ, ਧਾਰਮਿਕ ਦੁਨੀਆ ਵਿੱਚ, ਸਮਾਜਿਕ ਦੁਨੀਆ ਵਿੱਚ, ਆਰਥਿਕ ਦੁਨੀਆ ਵਿੱਚ ਆਪ ਨੂੰ ਅੱਗ ਲੱਗੀ ਹੋਈ ਦਿਖਾਈ ਦਿੱਤੀ। ਨਾਮ ਦੀ ਮਸ਼ਕ ਲੈ ਕੇ ਇਸ ਅੱਗ ਨੂੰ ਬੁਝਾਉਣ ਦਾ ਤਹਈਆ ਆਪ ਨੇ ਸੁਲਤਾਨਪੁਰ ਦੇ 'ਚ ਹੀ ਕੀਤਾ। ਲੰਬੀ ਸੋਚਣੀ ਤੋਂ ਬਾਅਦ ਆਪ ਨੇ ਲੰਬੀਆਂ ਉਦਾਸੀਆਂ ਨੂੰ ਜਨਮ ਦਿੱਤਾ। ਇੱਕ ਇੱਕ ਉਦਾਸੀ 12-12 ਸਾਲ ਦੀ। ਕਈ ਦਫਾ ਪ੍ਰਸ਼ਨ ਖੜਾ ਹੁੰਦਾ ਹੈ ਕਿ ਗੁਰੂ ਨਾਨਕ ਨੇ ਇਤਨਾ ਭਰਮਣ ਕਿਉਂ ਕੀਤਾ। ਇਤਿਹਾਸਕਾਰਾਂ ਦੇ ਕਥਨ ਅਨੁਸਾਰ ਗਾਲਬਨ 82,000 ਮੀਲ ਦਾ ਇਹ ਪੈਦਲ ਸਫ਼ਰ ਬਣਦਾ ਹੈ। ਇਤਨਾ ਭਰਮਣ, ਇਤਨਾ ਦੇਸ਼ ਦੇਸ਼ਾਂਤਰਾਂ ਦਾ ਰਟਨ, ਤੀਰਥਾਂ ਦਾ ਭਰਮਣ, ਸ਼ਹਿਰਾਂ ਦਾ ਭਰਮਣ, ਜੰਗਲ ਤੇ ਬਿਆਬਾਨਾਂ ਦੇ ਸੂਫੀ ਸੰਤਾਂ ਦੇ ਡੇਰਿਆਂ ਦੇ ਵਿੱਚ ਮਹਾਤਮਾ ਲੋਕਾਂ ਦੀ ਸੰਗਤ, ਥਾਂ ਥਾਂ ਤੇ ਆਪ ਨੇ ਭਰਮਣ ਕੀਤਾ ਔਰ ਪਹੁੰਚੇ ਨੇ। ਇੱਕ ਸਵਾਲ ਖੜਾ ਹੁੰਦਾ ਹੈ, ਇਤਨਾ ਭਰਮਣ ਗੁਰੂ ਨਾਨਕ ਨੇ ਕਿਉਂ ਕੀਤਾ? ਤੋ ਇਸ ਪ੍ਰਸ਼ਨ ਦਾ ਇੱਕੋ ਇੱਕ ਉੱਤਰ ਹੈ ਕਿ ਗੁਰੂ ਨਾਨਕ ਦੇ ਅੰਦਰ ਇੱਕ ਦੁੱਖ ਸੀ, ਇੱਕ ਤੜਪ ਸੀ। ਤਰਕ ਖੜੀ ਹੋਵੇਗੀ, ਜਿਹਦੇ ਅੰਦਰ ਦੁੱਖ ਸੀ ਉਹ ਜਗਤ ਨੂੰ ਕੀ ਦੇ ਸਕਦਾ ਹੈ? ਜਿਸ ਦੇ ਅੰਦਰ ਤੜਪ ਸੀ ਉਹਨੇ ਸੰਸਾਰ ਨੂੰ ਕੀ ਦੇਣਾ? ਪਰ ਇਸ ਦਾ ਇੱਕ ਉੱਤਰ ਹੈ। ਮਸਲਨ ਬੱਚਾ ਬਿਮਾਰ ਹੈ, ਰਾਤ ਦਾ ਵਕਤ ਹੈ ਔਰ ਤਾਪ ਕਰਕੇ, ਬੁਖਾਰ ਕਰਕੇ ਬੱਚਾ ਬੇਚੈਨ ਹੈ, ਪਰ ਕੋਲ ਬੈਠੀ ਮਾਂ ਵੀ ਬੇਚੈਨ ਹੈ। ਬੱਚਾ ਤਾਪ ਕਰਕੇ ਦੁਖੀ ਹੈ, ਬੱਚਾ ਤਾਪ ਕਰਕੇ ਸੋ ਨਹੀਂ ਰਿਹਾ, ਪਰ ਨੀਂਦ ਮਾਂ ਨੂੰ ਵੀ ਨਹੀਂ ਆ ਰਹੀ। ਪੁੱਛਿਆ ਜਾ ਸਕਦਾ ਹੈ ਇਸ ਮਾਂ ਕੋਲੋਂ ਵੀ ਤਾਪ ਤੇ ਬੱਚੇ ਨੂੰ ਚੜਿਆ, ਤੈਨੂੰ ਤੇ ਨਹੀਂ, ਤੂੰ ਆਰਾਮ ਨਾਲ ਸੌਂ ਜਾ।
ਪਰ ਮਾਂ ਨੇ ਇਹੀ ਆਖਣਾ, ਨਹੀਂ ਮੈਂ ਨਹੀਂ ਸੋ ਸਕਦੀ। ਕਿਉਂ? ਜਿਹੜਾ ਤਾਪ ਬੱਚੇ ਦੇ ਤਨ ਨੂੰ ਚੜਿਆ ਹੋਇਆ ਹੈ, ਉਹੀ ਤਾਪ ਮਾਂ ਦੇ ਮਨ ਨੂੰ ਚੜਿਆ ਹੋਇਆ ਹੈ। ਬੱਚਾ ਤਨ ਕਰਕੇ ਦੁਖੀ ਹੈ, ਮਾਂ ਮਨ ਕਰਕੇ ਦੁਖੀ ਹੈ। ਬੱਚੇ ਦੇ ਤਾਪ ਨੂੰ ਜਦ ਮਾਂ ਨੇ ਆਪਣੇ ਹਿਰਦੇ ਵਿੱਚ ਵਸਾਇਆ ਤਾਂ ਉਹ ਸਾਰੀ ਰਾਤ ਚੈਨ ਨਾਲ ਸੋ ਨਹੀਂ ਸਕੀ। ਇੱਕ ਬੱਚੇ ਦਾ ਦੁੱਖ, ਤੇ ਜਦ ਉਸ ਦੁੱਖ ਨੂੰ ਹਿਰਦੇ ਵਿੱਚ ਵਸਾਇਆ ਤੇ ਮਾਂ ਸਾਰੀ ਰਾਤ ਚੈਨ ਨਾਲ ਸੋ ਨਹੀਂ ਸਕੀ। ਤੇ ਜਦ ਸਾਰੀ ਦੁਨੀਆ ਦਾ ਗਮ, ਸਾਰੀ ਦੁਨੀਆ ਦਾ ਦੁੱਖ ਉਹਨੂੰ ਗੁਰੂ ਨਾਨਕ ਨੇ ਆਪਣੇ ਹਿਰਦੇ 'ਚ ਥਾਂ ਦਿੱਤੀ, ਤਾਂ ਉਹ ਚੈਨ ਨਾਲ ਸੁਲਤਾਨਪੁਰ ਕਿਸ ਤਰ੍ਹਾਂ ਰਹਿ ਸਕਦੇ ਸਨ? ਉਹ ਆਰਾਮ ਨਾਲ ਆਪਣੇ ਪਰਿਵਾਰ ਵਿੱਚ ਕਿਸ ਤਰ੍ਹਾਂ ਰਹਿ ਸਕਦੇ ਸਨ? ਆਪ ਨੂੰ ਸਾਰੇ ਦਾ ਸਾਰਾ ਸੰਸਾਰ ਜਲਦਾ ਹੋਇਆ ਦਿਖਾਈ ਦਿੱਤਾ। ਆਪ ਨੇ ਰਟਨ ਆਰੰਭ ਕਰ ਦਿੱਤਾ, ਤੇ ਆਪ ਦੇ ਰਟਨ ਵਿੱਚ ਪਹਿਲੇ ਚੋਟੀ ਦੇ ਤੀਰਥ ਨੇ। ਤੀਰਥਾਂ ਤੇ ਹੀ ਰਟਨ ਕਿਉਂ ਕੀਤਾ? ਪਹਿਲੀ ਉਦਾਸੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਦਰਅਸਲ ਤੀਰਥ ਧਰਮ ਦੇ ਚਸ਼ਮੇ ਸਨ, ਤੇ ਜੇ ਚਸ਼ਮਾ ਹੀ ਗੰਦਾ ਹੈ ਤੇ ਲੋਕਾਂ ਨੂੰ ਪਾਣੀ ਗੰਦਾ ਮਿਲਣਾ ਸੀ। ਇਸ ਵਾਸਤੇ ਗੁਰੂ ਨਾਨਕ ਨੇ ਪਹਿਲੇ ਚਸ਼ਮਿਆਂ ਨੂੰ ਨਿਰਮਲ ਕਰਨ ਦੀ ਸੋਚੀ, ਤਾਂ ਥਾਂ ਥਾਂ ਤੇ ਆਪ ਤੀਰਥਾਂ ਤੇ ਪਹੁੰਚੇ ਤੇ ਤੀਰਥਾਂ ਦੇ ਮੁਖੀਆਂ ਨੂੰ ਸੱਚ ਦੀ ਗੱਲ ਸੁਣਾਈ, ਸੱਚ ਨਾਲ ਜੁੜਨ ਦਾ ਢੰਗ ਦੱਸਿਆ। ਸੱਚ ਕੀ ਹੈ, ਉਹਦੀ ਹੋਂਦ ਕੀ ਹੈ, ਇਹ ਜਗਤ ਦੇ ਸਾਹਮਣੇ ਸਾਰੀ ਵਿਚਾਰਧਾਰਾ ਰੱਖੀ। ਇਹ ਆਪ ਦੀ ਪਹਿਲੀ ਕੋਸ਼ਿਸ਼। ਜਗਤ ਦੇ ਸੰਬੰਧ ਵਿੱਚ ਆਪ ਦੇ ਵਿਚਾਰ ਇਹ ਕਿ ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਥੇਤੀ। ਦਿਨ ਇੱਕ ਜਾਲ ਹੈ, ਰਾਤ ਵੀ ਇੱਕ ਜਾਲ ਹੈ। ਦਿਨ ਤੇ ਰਾਤ ਦੀਆਂ ਘੜੀਆਂ ਇਹ ਵੀ ਫਾਈਆਂ ਹੀ ਨੇ। ਰਸ ਰਸ ਚੋਗ ਚੁਗੇ ਨਿਤ ਫਾਸੇ, ਛੂਟਸ ਮੂੜੇ ਕਵਨ ਗੁਣੀ। ਇਹ ਜੀਵ ਤਰ੍ਹਾਂ ਤਰ੍ਹਾਂ ਦੇ ਰਸ ਚੋਗਦਾ ਹੈ ਦਿਨ ਨੂੰ, ਰਾਤ ਨੂੰ, ਤਾਂ ਇਸ ਤਰੀਕੇ ਨਾਲ ਰਾਤ ਉਸ ਲਈ ਜਾਲ ਬਣ ਜਾਂਦੀ ਹੈ, ਦਿਨ ਉਸ ਲਈ ਜਾਲ ਬਣ ਜਾਂਦਾ ਹੈ। ਹਰ ਦਿਨ ਕੁਛ ਐਸਾ ਹੋ ਜਾਂਦਾ ਹੈ ਕਿ ਦਿਨ ਇੱਕ ਵਿਪਤਾ ਦਿਖਾਈ ਦਿੰਦੀ ਹੈ। ਹਰ ਰਾਤ ਕੁਛ ਐਸਾ ਹੋ ਜਾਂਦਾ ਹੈ ਕਿ ਹਰ ਰਾਤ ਕਯਾਮਤ ਦਿਖਾਈ ਦਿੰਦੀ ਹੈ। ਤਾਂ ਦਿਨ ਜਾਲ ਬਣ ਗਿਆ, ਰਾਤ ਜਾਲ ਬਣ ਗਈ, ਔਰ ਇਸ ਜਾਲ ਵਿੱਚ ਸਾਰੀ ਮਨੁੱਖਤਾ ਆਪ ਨੂੰ ਫਸੀ ਹੋਈ ਦਿਖਾਈ ਦਿੱਤੀ। ਫਿਰ ਮਨੁੱਖੀ ਮਨ ਬਾਰੇ ਸਤਿਗੁਰਾਂ ਦੇ ਇਹ ਵਿਚਾਰ ਕਿ ਕਾਇਆ ਅਹਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਇਹ ਕਾਇਆ ਤੇ ਅਹਰਣ ਹੈ ਔਰ ਮਨ ਲੋਹਾ ਹੈ, ਤੇ ਇਸ ਮਨ ਲੋਹੇ ਨੂੰ ਪੰਜ ਅਗਨੀਆਂ ਹਰ ਵਕਤ ਤਪਾ ਕੇ ਰੱਖਦੀਆਂ। ਤਪਿਆ ਹੀ ਰਹਿੰਦਾ ਹੈ ਇਹ ਲੋਹਾ। ਕ੍ਰੋਧ ਦੀ ਅਗਨ, ਲੋਭ ਦੀ ਅਗਨ, ਕਾਮ ਦੀ ਅਗਨ, ਮੋਹ ਦੀ ਅਗਨ, ਅਹੰਕਾਰ ਦੀ ਅਗਨ। ਕਾਇਆ ਅਹਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਭਈ। ਜੇ ਕਿਧਰੇ ਅੱਗ ਠੰਡੀ ਪੈਂਦੀ ਹੈ, ਕੋਇਲੇ ਮੱਧਮ ਪੈਂਦੇ ਨੇ, ਅੱਗ ਬੁਝਣ ਲੱਗਦੀ ਹੈ, ਤਾਂ ਸਤਿਗੁਰ ਕਹਿੰਦੇ ਨੇ ਪਾਪ ਦੇ ਕੋਲੇ ਹੋਰ ਪਾ ਦਿੱਤੇ ਜਾਂਦੇ। ਔਰ ਇੰਜ ਇਹ ਪੰਜੇ ਅਗਨੀਆਂ ਪੂਰਨ ਜੋਬਨ ਦੇ ਉੱਤੇ ਭੜਕ ਉੱਠਦੀਆਂ ਨੇ। ਤੇ ਸੰਨੀ ਕੀ ਹੈ? ਜਿਹਦੇ ਨਾਲ ਲੋਹੇ ਨੂੰ ਪਰਤੀਦਾ, ਪਰਤ ਪਰਤ ਕੇ ਰੱਖੀਦਾ। ਸਾਹਿਬ ਕਹਿੰਦੇ ਨੇ ਮਨ ਜਲਿਆ ਸੰਨੀ ਚਿੰਤ ਭਈ। ਸੰਨੀ ਤੇ ਚਿੰਤਾ, ਤੋ ਚਿੰਤਾ ਦੇ ਚ ਮਨ ਉਲਟ ਪੁਲਟ ਹੁੰਦਾ ਰਹਿੰਦਾ ਹੈ। ਕਬਾਬੇ ਸੀਖ ਹੈ ਹਮ करवटे हर सू बदलते हैं, जो जल जाता है ये पहलू तो वो पहलू बदलते हैं। तो चिंता मन ਨੂੰ ਕਦੀ ਇਸ ਪਾਸੇ ਕਦੀ ਉਸ ਪਾਸੇ ਇੰਜ ਪਲਟਦੀ ਰਹਿੰਦੀ ਹੈ, ਤੇ ਮਨ ਦੀਆਂ ਹੀ ਕਰਵਟਾਂ ਤਨ ਦੀਆਂ ਕਰਵਟਾਂ ਬਣ ਜਾਂਦੀਆਂ ਨੇ। ਜਦ ਅੰਦਰ ਚਿੰਤਾ ਹੈ ਤਾਂ ਮਨ ਕਰਵਟਾਂ ਲੈਂਦਾ ਹੈ, ਤੇ ਜਦ ਮਨ ਕਰਵਟਾਂ ਲੈਂਦਾ ਹੈ ਤਾਂ ਬੰਦਾ ਆਰਾਮ ਨਾਲ ਕਿਸ ਤਰ੍ਹਾਂ ਸੋ ਸਕੇਗਾ? ਤਨ ਵੀ ਕਰਵਟਾਂ ਲੈਂਦਾ ਰਹੇਗਾ। ਜਿਹੜਾ ਬੰਦਾ ਸਾਰੀ ਰਾਤ ਕਰਵਟ ਲੈਂਦਾ ਰਿਹਾ, ਕਦੀ ਇਸ ਕਰਵਟ ਤੇ ਕਦੀ ਉਸ ਕਰਵਟ, ਉਹ ਤੇ ਸਮਝ ਲਓ ਸਾਰੀ ਰਾਤ ਵਰਜਿਸ਼ ਕਰਦਾ ਰਿਹਾ, ਐਕਸਰਸਾਈਜ਼ ਕਰਦਾ ਰਿਹਾ, ਉਹ ਤੇ ਥੱਕਿਆ ਹੋਇਆ ਹੋਵੇਗਾ। ਸਵੇਰੇ ਜਿਉਂ ਉੱਠੇਗਾ ਉਹਦੇ ਸਰੀਰ ਦੇ ਵਿੱਚ ਤਾਜ਼ਗੀ ਨਹੀਂ ਹੋਵੇਗੀ, ਉਸ ਦੇ ਸਰੀਰ ਦੇ ਵਿੱਚ ਸਫੁਰਤੀ ਨਹੀਂ ਹੋਵੇਗੀ। ਕਿਉਂ? ਉਹ ਤੇ ਸਾਰੀ ਰਾਤ ਮਿਹਨਤ ਕਰਦਾ ਰਿਹਾ, ਕਰਵਟਾਂ ਬਦਲਦਾ ਰਿਹਾ। ਕਿਉਂ ਕਰਵਟਾਂ ਬਦਲਦਾ ਰਿਹਾ? ਦਰਅਸਲ ਮਨ ਪਾਸੇ ਬਦਲਦਾ ਰਿਹਾ। ਤੇ ਮਨ ਕਿਉਂ ਪਾਸੇ ਬਦਲਦਾ ਰਿਹਾ? ਦਰਅਸਲ ਮਨ ਚਿੰਤਾ ਦੇ ਹੱਥਾਂ 'ਚ ਸੀ।
ਤੇ ਚਿੰਤਾ ਦੀ ਸੰਨੀ ਮਨ ਨੂੰ ਬਦਲਦੀ ਰਹੀ ਹੈ, ਕਦੀ ਸੱਜੇ ਕਦੀ ਖੱਬੇ, ਤੋ ਤਨ ਵੀ ਕਰਵਟਾਂ ਬਦਲਦਾ ਰਿਹਾ ਹੈ। ਇਸ ਵਾਸਤੇ ਚਿੰਤਾਤੁਰ ਬੰਦੇ ਕੋਲ ਵਿਸ਼ਰਾਮ ਨਹੀਂ ਹੁੰਦਾ। ਚਿੰਤਾਤੁਰ ਬੰਦੇ ਕੋਲ ਦੁੱਖ ਹੀ ਦੁੱਖ ਹੁੰਦਾ ਹੈ, ਬੇਚੈਨੀਆਂ ਹੀ ਬੇਚੈਨੀਆਂ ਆਉਂਦੀਆਂ ਨੇ। ਤੋ ਸਾਹਿਬ ਕਹਿੰਦੇ ਨੇ ਮਨ ਜਲਿਆ ਸੰਨੀ ਚਿੰਤ ਭਈ। ਇਸ ਜਲਨ ਦੇ ਵਿੱਚ ਔਰ ਇਸ ਚਿੰਤਾ ਦੀ ਸੰਨੀ ਦੀ ਪਕੜ ਦੇ ਵਿੱਚ ਸਾਰੇ ਜਗਤ ਦਾ ਮਨ ਸੀ, ਆਪ ਦੇ ਮਨ ਵਿੱਚ ਤਰਸ ਦਇਆ। ਤੋ ਇਹ ਦਇਆ ਇਸ ਤਰਸ ਨੇ ਆਪ ਨੂੰ ਘਰ ਦੇ ਵਿੱਚ ਆਰਾਮ ਨਾਲ ਬੈਠਣ ਨਹੀਂ ਦਿੱਤਾ। ਆਪ ਥਾਂ ਥਾਂ ਤੇ ਭਰਮਣ ਕਰਕੇ ਲੋਕਾਂ ਨੂੰ ਉਸ ਸੱਚ ਸੀਤਲ ਨਾਲ ਜੋੜਨ ਦਾ ਉਪਰਾਲਾ ਕਰਦੇ ਰਹੇ, ਜਿਸ ਨਾਲ ਜੁੜਨਾ ਹੀ ਜ਼ਿੰਦਗੀ ਦਾ ਮਕਸਦ ਹੈ, ਜਿਸ ਨਾਲ ਜੁੜਨਾ ਹੀ ਜ਼ਿੰਦਗੀ ਦਾ ਧਿਏ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਮੂਲ ਰਚਨਾਵਾਂ ਜਪਜੀ ਤੇ ਸਿੱਧ ਗੋਸ਼ਟ ਨੇ। ਕਿਸੇ ਹੱਦ ਤੱਕ ਜਪਜੀ ਸਾਹਿਬ ਦਾ ਵੀ ਬਹੁਤ ਸਾਰਾ ਹਿੱਸਾ ਸਿੱਧ ਚਰਚਾ ਹੈ, ਜੋਗੀਆਂ ਨਾਲ ਚਰਚਾ ਹੈ। ਔਰ ਇਹ ਉਸ ਵਕਤ ਦਾ ਸਿਰਮੌਰ ਧਰਮ ਸੀ, ਜੋਗਮਤ। ਔਰ ਸਮੁੱਚੇ ਭਾਰਤ ਵਿੱਚ ਇਹ ਛਾਏ ਹੋਏ ਸਨ। ਰਿਧੀਆਂ ਸਿੱਧੀਆਂ ਹੋਣ ਦੇ ਨਾਤੇ ਇਹਨਾਂ ਦੀ ਪੂਜਾ ਪ੍ਰਤਿਸ਼ਠਾ ਵੀ ਬੜੀ ਸੀ, ਸਨਮਾਨ ਵੀ ਬੜਾ ਸੀ, ਲੇਕਿਨ ਜੀਵਨ ਵਿੱਚ ਰਸ ਨਹੀਂ ਸੀ, ਆਨੰਦ ਨਹੀਂ ਸੀ, ਖੇੜਾ ਨਹੀਂ ਸੀ। ਕਹਿੰਦੇ ਨੇ ਜਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੀਲੀ ਭੀਤ ਦੇ ਨੇੜੇ ਉਸ ਸਥਾਨ ਤੇ ਪਹੁੰਚੇ ਜਿਸ ਦਾ ਨਾਂ ਅੱਜ ਕੱਲ ਨਾਨਕ ਮਤਾ ਹੈ, ਪਰ ਨਾਨਕ ਮਤੇ ਤੋਂ ਪੇਸ਼ਤਰ ਇਸ ਅਸਥਾਨ ਦਾ ਨਾਮ ਸੀ ਗੋਰਖ ਮਤਾ। ਜਦ ਪਹੁੰਚੇ ਨੇ ਮੇਰੇ ਪਾਤਸ਼ਾਹ ਉੱਥੇ, ਤਾਂ ਜੋਗੀਆਂ ਨੇ ਗੁਲਾਬ ਦਾ ਫੁੱਲ ਆਪ ਨੂੰ ਪੇਸ਼ ਕੀਤਾ। ਮਰਦਾਨਾ ਕਹਿਣ ਲੱਗਿਆ, ਮਹਾਰਾਜ ਬੜੇ ਆਓ ਭਗਤ ਨਾਲ ਪੇਸ਼ ਆਏ ਨੇ, ਜੋਗੀ ਬੜਾ ਸਨਮਾਨ ਕਰ ਰਹੇ ਨੇ, ਆਪ ਨੂੰ ਗੁਲਾਬ ਦਾ ਫੁੱਲ ਭੇਟ ਕੀਤਾ ਹੈ। ਤੋ ਸਤਿਗੁਰੂ ਕਹਿਣ ਲੱਗੇ, ਨਹੀਂ ਮਰਦਾਨਿਆ, ਹਮੇਸ਼ਾ ਦੀ ਤਰ੍ਹਾਂ ਜੋਗੀ ਹੁਣ ਵੀ ਚਰਚਾ ਹੀ ਕਰ ਰਹੇ ਨੇ, ਬਹਿਸ ਕਰ ਰਹੇ ਨੇ। ਹਮੇਸ਼ਾ ਦੀ ਤਰ੍ਹਾਂ ਹੁਣ ਵੀ ਇਹਨਾਂ ਨੇ ਇੱਕ ਬਹੁਤ ਵੱਡਾ ਪ੍ਰਸ਼ਨ ਖੜਾ ਕਰ ਦਿੱਤਾ ਹੈ। ਇਹਨਾਂ ਨੇ ਫੁੱਲ ਭੇਟ ਨਹੀਂ ਕੀਤਾ, ਇੱਕ ਪ੍ਰਸ਼ਨ ਭੇਟ ਕੀਤਾ ਹੈ, ਇੱਕ ਸਵਾਲ ਭੇਟ ਕੀਤਾ, ਔਰ ਉਸ ਦਾ ਅਸੀਂ ਜਵਾਬ ਦੇਣਾ ਹੈ। ਮਹਾਰਾਜ ਨੇ ਉਸ ਫੁੱਲ ਨੂੰ ਵੇਖਿਆ, ਉਹਦੀ ਸੁਗੰਧੀ ਦਾ ਆਨੰਦ ਮਾਣਿਆ, ਔਰ ਫੁੱਲ ਜੋਗੀਆਂ ਨੂੰ ਵਾਪਸ ਕੀਤਾ। ਜੋਗੀ ਕਹਿਣ ਲੱਗੇ, ਮਹਾਰਾਜ ਇਹ ਕਬੂਲ ਨਹੀਂ, ਆਪ ਨੂੰ ਪ੍ਰਵਾਨ ਨਹੀਂ। ਕਿਉਂ? ਮਹਾਰਾਜ ਕਹਿੰਦੇ ਨੇ ਫੁੱਲ ਬਹੁਤ ਖੂਬਸੂਰਤ ਹੈ, ਸੁਗੰਧਿਤ ਹੈ, ਕੋਮਲ ਹੈ, ਸਾਰੀਆਂ ਖੂਬੀਆਂ ਇਸ ਦੇ ਚ ਨੇ, ਲੇਕਿਨ ਨਾਨਕ ਨੂੰ ਉਹ ਫੁੱਲ ਚਾਹੀਦਾ ਹੈ ਜੋ ਕਿਸੇ ਫਲ ਨੂੰ ਵੀ ਜਨਮ ਦੇਵੇ, ਫਲ ਦਾ ਜਨਮ ਨਹੀਂ। ਯੋਗੀਆਂ ਨੇ ਗੁਲਾਬ ਦਾ ਫੁੱਲ ਭੇਟ ਕਰਕੇ ਇਹ ਆਖਿਆ ਸੀ, ਇਹ ਪ੍ਰਸ਼ਨ ਰੱਖਿਆ, ਨਾਨਕ ਜੀ ਜਦ ਤੁਸੀਂ ਇਤਨੇ ਵੱਡੇ ਹੋ, ਇਤਨੇ ਮਹਾਨ ਹੋ, ਤੇ ਤੁਸੀਂ ਜੋਗੀ ਬਣ ਜਾਓ, ਅਸੀਂ ਤੁਹਾਨੂੰ ਸਿਰਮੌਰ ਬਣਾ ਦੇਾਂਗੇ, ਮੁਖੀ ਬਣਾ ਦੇਾਂਗੇ। ਦਰਸ਼ਨ ਵੇਖ ਕਰੋ ਜੋਗਿੰਦਰਾ, ਮੁੰਦਰਾ ਝੋਲੀ ਖਿੰਤਾ, 12 ਅੰਦਰ ਏਕ ਸਰੇਵੋ, ਖਟ ਦਰਸ਼ਨ ਇੱਕ ਪੰਥਾ। ਜੇ ਤੁਸੀਂ ਮੁੰਦਰਾ ਧਾਰਨ ਕਰ ਲੋ, ਝੋਲੀ ਧਾਰਨ ਕਰ ਲੋ, ਖੜਾਵਾਂ ਪਹਿਨ ਲੋ, ਜੋਗੀਆਂ ਵਾਲੇ ਚਿੰਨ੍ਹ ਧਾਰਨ ਕਰੋ, ਤੇ ਅਸੀਂ ਤੁਹਾਨੂੰ ਨਾਥ ਬਣਾ ਦੇਾਂਗੇ, ਜੋਗੀਆਂ ਦਾ ਮੁਖੀ ਬਣਾ ਦੇਾਂਗੇ, ਸਿਰਮੌਰ ਬਣਾ ਦੇਾਂਗੇ। ਔਰ ਵੇਖੋ ਨਾਨਕ ਜੀ, ਜੋਗ ਮਤ ਦੇ ਚ ਰਿਧੀਆਂ ਸਿੱਧੀਆਂ ਦੀ ਸੁਗੰਧੀ ਹੈ, ਸੰਸਾਰਿਕ ਪੂਜਾ ਪ੍ਰਤਿਸ਼ਠਾ ਦੀ ਸੁੰਦਰਤਾ ਹੈ, ਔਰ ਇਹ ਬਹੁਤ ਕੁਛ ਹੈ, ਇਹ ਬਹੁਤ ਵੱਡੀ ਗੱਲ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਠੀਕ ਹੈ ਜੋਗੀਓ, ਠੀਕ ਹੈ, ਇਸ ਜੋਗ ਮਤ ਦੇ ਚ ਰਿਧੀਆਂ ਸਿੱਧੀਆਂ ਦੀ ਸੁਗੰਧੀ ਹੈ, ਸੰਸਾਰਿਕ ਪੂਜਾ ਪ੍ਰਤਿਸ਼ਠਾ ਦੀ ਸੁੰਦਰਤਾ ਹੈ, ਪਰ ਨਾਮ ਦਾ ਫਲ ਨਹੀਂ ਹੈ, ਪ੍ਰਭੂ ਗਿਆਨ ਦਾ ਫਲ ਨਹੀਂ ਹੈ, ਪਰਮਾਤਮ ਫਲ ਨਹੀਂ ਹੈ। ਤੇ ਨਾਨਕ ਨੂੰ ਫਲ ਚਾਹੀਦਾ ਹੈ, ਕੇਵਲ ਰਿੱਧੀ ਸਿੱਧੀ ਨਹੀਂ, ਕੇਵਲ ਸੰਸਾਰ ਦੀ ਪੂਜਾ ਪ੍ਰਤਿਸ਼ਠਾ ਨਹੀਂ। ਨਾਨਕ ਨੂੰ ਪਰਮਾਤਮਾ ਚਾਹੀਦਾ ਹੈ, ਨਾਨਕ ਨੂੰ ਗਿਆਨ ਚਾਹੀਦਾ ਹੈ, ਨਾਨਕ ਨੂੰ ਨਾਮ ਚਾਹੀਦਾ ਹੈ। ਤੇ ਮੈਂ ਜਗਤ ਦੀ ਝੋਲੀ ਦੇ ਵਿੱਚ ਉਹ ਫੁੱਲ ਪਾਣਾ ਹੈ ਜਿਸ ਫੁੱਲ ਦੇ ਵਿੱਚ ਨਾਮ ਦਾ ਫਲ ਵੀ ਹੈ। ਮੈਂ ਤੇ ਉਹੀ ਕਰਮ ਦ੍ਰਿੜ ਕਰਾਣੇ ਨੇ ਜਿਨ੍ਹਾਂ ਕਰਮਾਂ ਚੋਂ ਨਾਮ ਦਾ ਫਲ ਪੈਦਾ ਹੋਵੇ, ਨਾਮ ਦਾ ਰਸ ਪੈਦਾ ਹੋਵੇ। ਸਤਿਗੁਰੂ ਦੇਵ ਜੀ ਮਹਾਰਾਜ ਜਦ ਪਹੁੰਚੇ ਨੇ ਹਰਿਦੁਆਰ ਤੇ ਫਿਰ ਬਨਾਰਸ, ਤਾਂ ਆਪ ਦੇ ਨਾਲ ਫਿਰ ਗੋਸ਼ਟੀ ਤੇ ਚਰਚਾ ਹੋਈ। ਚਰਚਾ ਇਸ ਢੰਗ ਨਾਲ ਹੋਈ ਕਿ ਕੁਝ ਵਿਦਵਾਨਾਂ ਨੇ ਇਹ ਆਖਿਆ, ਪੁਰਾਣੇ ਮਤ ਅਨੁਸਾਰ, ਕਿ ਸੰਸਾਰ ਨੂੰ ਬਣਾ ਰਿਹਾ ਹੈ ਬ੍ਰਹਮਾ, ਇਹਦੀ ਪਾਲਣਾ ਕਰ ਰਿਹਾ ਹੈ ਵਿਸ਼ਨੂੰ, ਇਹਨੂੰ ਨਾਸ ਕਰ ਰਿਹਾ ਹੈ ਸ਼ੰਕਰ। ਓੰਕਾਰ ਦੇ ਕਿਸੇ ਹੱਦ ਤੱਕ ਅਰਥ ਵੀ ਇਹੀ ਹੋਏ, ਆਕਾਰ, ਉਕਾਰ, ਮਕਾਰ, ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ,
ਨਾਸ ਕਰਨ ਵਾਲਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਰਸਨਾ ਤੋਂ ਕਲਾਮ ਉਚਾਰਨ ਕੀਤਾ, ਓੰਕਾਰ ਨਹੀਂ, ਇੱਕ ਓੰਕਾਰ, ਇੱਕ ਓੰਕਾਰ। ਇੱਕ ਹੀ ਆਕਾਰ ਹੈ, ਇੱਕ ਹੀ ਓਕਾਰ ਹੈ, ਇੱਕ ਹੀ ਮਕਾਰ ਹੈ। ਇੱਕ ਤੋਂ ਉਤਪਤੀ ਹੋ ਰਹੀ ਹੈ, ਇੱਕ ਤੋਂ ਪਾਲਣਾ ਹੋ ਰਹੀ ਹੈ, ਔਰ ਇੱਕ ਤੋਂ ਹੀ ਨਾਸ ਹੋ ਰਿਹਾ ਹੈ। ਸੰਸਾਰ ਦਾ ਧਿਰ ਇੱਕ ਹੈ, ਅਨੇਕ ਨਹੀਂ ਹੈ। ਸਮੂਹ ਬ੍ਰਹਿਮੰਡ ਦੀ ਅਨੇਕਤਾ ਦਾ ਮੂਲ ਇੱਕ ਹੈ। ਉਸੇ ਇੱਕ ਤੋਂ ਉਤਪਤੀ ਹੋ ਰਹੀ ਹੈ, ਉਸੇ ਇੱਕ ਤੋਂ ਪਾਲਣਾ ਹੋ ਰਹੀ ਹੈ, ਔਰ ਉਸੇ ਇੱਕ ਤੋਂ ਹੀ ਸੰਘਾਰ ਚੱਲ ਰਿਹਾ ਹੈ। ਪ੍ਰਸ਼ਨ ਖੜਾ ਹੋਇਆ, ਜੋ ਪਾਲਣਾ ਕਰ ਰਿਹਾ ਹੈ ਉਹਨੂੰ ਨਾਸ ਕਰਨ ਦੀ ਕੀ ਲੋੜ ਹੈ, ਤੇ ਜਿਹੜਾ ਨਾਸ ਕਰ ਰਿਹਾ ਹੈ ਉਹਨੂੰ ਉਤਪਤੀ ਕਰਨ ਦੀ ਕੀ ਲੋੜ ਹੈ। ਤਾਂ ਸਤਿਗੁਰ ਕਹਿੰਦੇ ਨੇ ਖੇਲ, ਕੋਈ ਮੁੱਦਾ ਨਹੀਂ, ਕੋਈ ਮਕਸਦ ਨਹੀਂ ਹੈ। ਜੈਸੇ ਬੱਚੇ ਦਰਿਆ ਦੇ ਕੰਢੇ ਤੇ ਰੇਤ ਦੇ ਘਰ ਬਣਾਉਂਦੇ ਨੇ, ਹੱਸ ਕੇ ਬਣਾਉਂਦੇ ਨੇ, ਖੁਸ਼ੀ ਨਾਲ ਬਣਾਉਂਦੇ ਨੇ, ਮਸਤੀ ਦੇ ਚ ਬਣਾਉਂਦੇ ਨੇ, ਔਰ ਬਣਾਉਂਦੇ ਹੋਇਆਂ ਬੜਾ ਰਸ ਲੈਂਦੇ ਨੇ, ਬੜਾ ਸਵਾਦ ਲੈਂਦੇ ਨੇ। ਪਰ ਸ਼ਾਮ ਨੂੰ ਜੈਸੇ ਘਰ ਵਾਪਸ ਜਾਂਦੇ ਨੇ ਤਾਂ ਹੱਸ ਕੇ ਹੀ ਤੋੜਦੇ ਨੇ, ਉਤਸ਼ਾਹ ਨਾਲ ਤੋੜਦੇ ਨੇ, ਉਸੇ ਖੇੜੇ ਨਾਲ ਤੋੜਦੇ ਨੇ। ਬਣਾਉਣ ਲੱਗਿਆਂ ਵੀ ਹਾਸਾ, ਤੋੜਨ ਲੱਗਿਆਂ ਵੀ ਹਾਸਾ। ਬਣਾਉਣ ਲੱਗਿਆਂ ਵੀ ਖੁਸ਼ ਸਨ, ਹੁਣ ਤੋੜਨ ਲੱਗਿਆਂ ਵੀ ਖੁਸ਼ ਸਨ। ਖਿੜਖਿੜਾ ਕੇ ਬਣਾ ਰਹੇ ਸਨ ਔਰ ਖਿੜਖਿੜਾ ਕੇ ਤੋੜ ਰਹੇ ਸਨ। ਕਿਉਂ ਕਿ ਬਣਾਉਣ ਦਾ ਜਦ ਕੋਈ ਮੁੱਦਾ ਹੀ ਨਹੀਂ, ਕੋਈ ਮਕਸਦ ਹੀ ਨਹੀਂ, ਤਾਂ ਐਸਾ ਬਣਾਉਣਾ ਇੱਕ ਖੇਲ ਹੈ। ਖੇਲ ਦੇ ਵਿੱਚ ਕੋਈ ਮੁੱਦਾ ਨਹੀਂ ਹੁੰਦਾ, ਖੇਲ ਦੇ ਵਿੱਚ ਕੋਈ ਮਕਸਦ ਨਹੀਂ ਹੁੰਦਾ। ਖੇਲ ਸਿਰਫ ਖੇਲ ਹੈ। ਇਸ ਵਾਸਤੇ ਸਤਿਗੁਰੂ ਦੇਵ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਸਮੁੱਚਾ ਜਗਤ ਪ੍ਰਮਾਤਮਾ ਦਾ ਖੇਲ ਹੈ। ਆਵਨ ਜਾਨ ਇੱਕ ਖੇਲ ਬਣਾਇਆ, ਆ ਗਿਆ ਕਾਰੀ ਕੀਨੀ ਮਾਇਆ। ਇਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਤਮਾਸ਼ਾ ਹੈ, ਖੇਲ ਹੈ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮੈਂ ਤੇ ਸੰਸਾਰ ਦਾ ਤਮਾਸ਼ਾ ਵੇਖਣ ਲਈ ਆਇਆ, ਖੇਲ ਵੇਖਣ ਲਈ ਆਇਆ। ਖੇਲ ਦੇ ਵਿੱਚ ਸਿਰਫ ਇੱਕ ਵਿਧੀ ਵਿਧਾਨ ਹੈ, ਨਿਯਮ ਹੈ, ਹੋਰ ਤੇ ਕੁਝ ਨਹੀਂ ਹੈ, ਮਕਸਦ ਨਹੀਂ ਹੈ। ਅਕਸਰ ਦੇਖਿਆ ਗਿਆ ਹੈ ਕਿ ਕਾਰੋਬਾਰ ਦੇ ਵਿੱਚ, ਧੰਦੇ ਦੇ ਵਿੱਚ ਜਾਂ ਆਮ ਸੰਸਾਰੀ ਕਿਰਤ ਦੇ ਵਿੱਚ ਕੋਈ ਬੰਦਾ ਬੇਈਮਾਨੀ ਕਰੇ ਤਾਂ ਜਗਤ ਕਬੂਲ ਕਰ ਲੈਂਦਾ, ਚਲਦੀ ਰਹਿੰਦੀ ਹੈ। ਪਰ ਕੋਈ ਖੇਡ ਦੇ ਵਿੱਚ ਬੇਈਮਾਨੀ ਕਰੇ, ਤਾਸ਼ ਖੇਡ ਰਿਹਾ, ਕੋਈ ਕੁਸ਼ਤੀ ਖੇਡ ਰਿਹਾ ਹੈ ਜਾਂ ਫੁੱਟਬਾਲ ਖੇਡ ਰਿਹਾ ਹੈ, ਗਰਜ਼ ਕੇ ਜੋ ਖੇਲ ਹੈ ਉਹਦੇ ਚ ਕੋਈ ਬੇਈਮਾਨੀ ਕਰੇ ਤਾਂ ਕਬੂਲ ਨਹੀਂ, ਪ੍ਰਵਾਨ ਨਹੀਂ। ਲੜਾਈ ਹੋ ਸਕਦੀ ਹੈ, ਝਗੜਾ ਹੋ ਸਕਦਾ ਹੈ। ਕਿਉਂ? ਖੇਲ ਦੇ ਆਧਾਰ ਹੀ ਨਿਯਮ ਹੈ, ਤੇ ਜਦ ਨਿਯਮ ਹੀ ਤੋੜ ਦਿੱਤਾ ਤਾਂ ਖੇਲ ਖੇਲ ਨਹੀਂ ਰਹਿ ਜਾਂਦਾ। ਖੇਲ ਵੀ ਧੰਦਾ ਹੋ ਜਾਂਦਾ ਹੈ, ਖੇਲ ਵੀ ਸੰਸਾਰ ਬਣ ਜਾਂਦਾ ਹੈ, ਖੇਲ ਵੀ ਬਾਜ਼ਾਰ ਬਣ ਜਾਂਦਾ ਹੈ। ਖੇਲ ਤੇ ਉਤਨੇ ਚਿਰ ਤੱਕ ਖੇਲ ਹੈ ਜਦ ਕੋਈ ਮੁੱਦਾ ਨਹੀਂ ਤੇ ਮਕਸਦ ਨਹੀਂ, ਤੇ ਖੇਲ ਦਾ ਆਧਾਰ ਕੇਵਲ ਇੱਕੋ ਹੀ ਹੈ, ਨਿਯਮ। तो परमात्मा दी ये सारी जिहड़ी बनतर है किसी नियम ते खड़ी है, और जे टुट भज है ये भी किसी नियम ते खड़ी है, पर बनाण दा उसदा कोई मुद्दा नहीं। अगर कुछ मनुख बना के बनना चाहता है तो स्पष्ट गल है मनुख अधूरा है। पूरा मकान बना के कुछ बनना चाहता है, कम धंधा बना के कुछ बनना चाहता है, ਮਨੁੱਖ ਕੁਝ ਬਣਨਾ ਚਾਹੁੰਦਾ ਹੈ ਤਾਂ ਬਣਨ ਲਈ ਉਹਨੂੰ ਕੁਝ ਚਾਹੀਦਾ ਹੈ। ਮਨੁੱਖ ਦੇ ਬਣਾਉਣ ਦੇ ਨਾਲ ਕੁਝ ਮੁੱਦਾ ਹੈ, ਕਿਉਂਕਿ ਕੁਝ ਬਣਦਾ ਹੈ ਤੇ ਖੁਦ ਵੀ ਬਣਦਾ ਹੈ, ਖੁਦ ਵੀ ਸੰਵਰਦਾ ਹੈ ਤੇ ਸ਼ਿੰਗਾਰਿਆ ਜਾਂਦਾ ਹੈ ਤੇ ਅਗਾਂਹ ਵੱਧਦਾ ਹੈ। ਅਗਰ ਪ੍ਰਮਾਤਮਾ ਦੇ ਵੀ ਬਣਾਉਣ ਦਾ ਕੁਝ ਮਕਸਦ ਹੈ, ਮੁੱਦਾ ਹੈ, ਤੇ ਬਣਾਉਣ ਨਾਲ ਹੀ ਉਹ ਕੁਝ ਬਣ ਸਕਦਾ ਹੈ, ਤਾਂ ਇਤਨੀ ਗੱਲ ਸਪਸ਼ਟ ਹੈ ਅਧੂਰਾ ਹੈ, ਉਹ ਅਜੇ ਅਧੂਰਾ ਹੈ। ਕੁਝ ਬਣਾ ਕੇ ਬਣੇਗਾ, ਕੁਝ ਬਣਾਏਗਾ, ਕੁਝ ਉਸਦਾ ਮੁੱਦਾ ਹੈ, ਮੁੱਦਾ ਉਸਦਾ ਹੁੰਦਾ ਹੈ, ਤਾਂ ਪ੍ਰਮਾਤਮਾ ਤੇ ਸੰਪੂਰਨ ਹੈ। ਪੂਰਨ ਪੂਰਨ ਉਸ ਨੂੰ ਕਹਿੰਦੇ ਨੇ ਜਿਹਦੀ ਕੋਈ ਸੀਮਾ ਨਹੀਂ, ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੇ ਖਤਮ ਹੁੰਦਾ ਹੈ, ਕੋਈ ਸੀਮਾ ਨਹੀਂ। ਤਾਂ ਉਸ ਦੇ ਬਣਾਉਣ ਦਾ ਕੋਈ ਮੁੱਦਾ ਨਹੀਂ, ਔਰ ਵਿਗਾੜਨ ਦਾ ਵੀ, ਨਾਸ਼ ਕਰਨ ਦਾ ਵੀ ਕੋਈ ਮੁੱਦਾ ਨਹੀਂ। ਫਿਰ ਕੀ ਹੈ? ਖੇਲ। ਆਵਨ ਜਾਨ ਇੱਕ ਖੇਲ ਬਣਾਇਆ, ਆ ਗਿਆ ਕਾਰੀ ਕੀਨੀ ਮਾਇਆ। ਇਹ ਤੇ ਉਸ ਦਾ ਖੇਲ ਹੈ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਉਸ ਤੋਂ ਉਤਪਤੀ ਹੋ ਰਹੀ ਹੈ, ਉਸ ਤੋਂ ਪਾਲਣਾ ਹੋ ਰਹੀ ਹੈ, ਔਰ ਉਸੇ ਤੋਂ ਹੀ ਨਾਸ ਹੋ ਰਿਹਾ ਹੈ, ਔਰ ਉਸੇ ਦਾ ਹੀ ਖੇਲ ਹੈ, ਉਸੇ ਦੀ ਲੀਲਾ ਹੈ। तो प्रश्न खड़ा होया क्या ब्रह्मा विष्णु महेश नहीं ने? सतगुरु कहने लगे हैगे ने। इस काया अंदर ब्रह्मा विष्णु महेशा जिस उपत सब संसारा। परमात्मा दे नाम व्यक्तियां नूं दिते गए, बंदियां नूं दिते गए। तो साहिब कहंदे ने ये ब्रह्मा, ये विष्णु, ये महेश ये मनुख दे अंदर ने। रजोगुण, तमोगुण, सतोगुण। रजोगुण बनाण दीयां रुचियां, ਇਹ तमाम ਜੀਵਾਂ ਦੇ ਅੰਦਰ ਰਜੋਗੁਣ ਮੌਜੂਦ ਹੈ। ਪੰਛੀ ਵੀ ਘੋਂਸਲੇ ਬਣਾਉਂਦੇ ਨੇ, ਕੀੜੇ ਮਕੌੜੇ ਵੀ ਖੁੱਡਾਂ ਬਣਾਉਂਦੇ ਨੇ,
ਮਨੁੱਖ ਵੀ ਕੁਝ ਬਣਾਉਂਦਾ ਹੈ, ਰੇਲਾਂ ਮੋਟਰਾਂ ਗੱਡੀਆਂ ਬਣਾ ਰਿਹਾ ਹੈ, ਸੜਕਾਂ ਬਣਾ ਰਿਹਾ ਹੈ, ਪੁਲ ਬਣਾ ਰਿਹਾ ਹੈ, ਤਰ੍ਹਾਂ ਤਰ੍ਹਾਂ ਦੇ ਸਾਜ਼ੋ ਸਮਾਨ ਬਣਾ ਰਿਹਾ ਹੈ। ਇਹ ਜਿਹੜੀ ਬਣਾਉਣ ਦੀ ਰੁਚੀ ਹੈ ਇਹ ਰਜੋਗੁਣ ਹੈ, ਤੇ ਜੋ ਕੁਝ ਬਣਾਇਆ ਹੈ ਇਹ ਟਿਕਿਆ ਰਵੇ ਔਰ ਇਹਨੂੰ ਟਿਕਾਈ ਰੱਖਣਾ ਹੈ। ਦਰਅਸਲ ਇਹ ਪਾਲਣਾ ਦੀ ਰੁਚੀ ਵੀ ਮਨੁੱਖ ਦੇ ਅੰਦਰ ਸਤੋ ਗੁਣ, ਇਹ ਵਿਸ਼ਨੂੰ ਹੈ। ਬਣਾਉਣ ਦੀ ਰੁਚੀ ਬ੍ਰਹਮਾ ਹੈ, ਤੇ ਯਕੀਨ ਜਾਣੋ ਮਨੁੱਖ ਹੀ ਨਾਸ ਕਰਦਾ ਹੈ ਔਰ ਮਨੁੱਖ ਹੀ ਨਾਸ ਕਰਨ ਦੇ ਸਾਜ਼ੋ ਸਮਾਨ ਬਣਾਉਂਦਾ ਹੈ। ਕਿਉਂ ਬਣਾਉਂਦਾ ਹੈ? ਮਨੁੱਖ ਦੇ ਅੰਦਰ ਤਮੋ ਗੁਣ ਹੈ। ਐਟਮ ਬੰਬ ਮਨੁੱਖ ਬਣਾ ਰਿਹਾ ਹੈ, ਹਾਈਡਰੋਜਨ ਬੰਬ ਮਨੁੱਖ ਬਣਾ ਰਿਹਾ ਹੈ, ਬਸਤੀਆਂ ਦੀਆਂ ਬਸਤੀਆਂ ਮਨੁੱਖ ਨੇ ਉਜਾੜੀਆਂ ਨੇ, ਸ਼ਹਿਰਾਂ ਦੇ ਸ਼ਹਿਰ ਮਨੁੱਖ ਨੇ ਤਬਾਹ ਕੀਤੇ ਨੇ, ਮੁਲਕਾਂ ਦੇ ਮੁਲਕ ਗਰਕ ਕੀਤੇ ਨੇ, ਤਾਂ ਮਨੁੱਖ ਨੇ ਹੀ ਕੀਤੇ ਨੇ। ਕਿਉਂ? ਕਿ ਮਨੁੱਖ ਦੇ ਅੰਦਰ ਤਮੋ ਗੁਣ ਵੀ ਹੈ। ਸਿਰਫ ਮਕਾਨ ਬਣਾਉਂਦਾ ਨਹੀਂ, ਮਕਾਨ ਢਾਂਦਾ ਵੀ ਹੈ। ਸਿਰਫ ਇਹ ਸ਼ਹਿਰ ਤਾਮੀਰ ਨਹੀਂ ਕਰਦਾ, ਸ਼ਹਿਰਾਂ ਨੂੰ ਅੱਗ ਵੀ ਲਾਉਂਦਾ। ਸਿਰਫ ਬਸਤੀਆਂ ਬਸਾਉਂਦਾ ਨਹੀਂ, ਬਲਕਿ ਮਨੁੱਖ ਬਸਤੀਆਂ ਉਜਾੜਦਾ ਵੀ ਹੈ। ਜਦ ਰਜੋ ਗੁਣ ਪ੍ਰਧਾਨ ਹੁੰਦਾ ਹੈ ਤਾਂ ਕੁਝ ਬਣਾਉਂਦਾ ਹੈ, ਤੇ ਜਦ ਤਮੋ ਗੁਣ ਪ੍ਰਧਾਨ ਹੁੰਦਾ ਹੈ ਕੁਝ ਵਿਗਾੜਦਾ ਹੈ। ਜਦ ਸਤੋ ਗੁਣ ਪ੍ਰਧਾਨ ਹੁੰਦਾ ਹੈ ਤਾਂ ਉਹ ਸਾਰੇ ਹੋਏ ਦੀ ਪਾਲਣਾ ਕਰਦਾ ਹੈ, ਉਹਨੂੰ ਟਿਕਾਉਣ ਦੀ ਜੋ ਹੈ ਕੋਸ਼ਿਸ਼ ਕਰਦਾ ਹੈ। ਸਾਹਿਬ ਕਹਿੰਦੇ ਨੇ ਇਹ ਤਿੰਨੇ ਗੁਣ ਬ੍ਰਹਮਾ ਵਿਸ਼ਨ ਮਹੇਸ਼ ਨੇ ਔਰ ਮਨੁੱਖ ਦੇ ਅੰਦਰ ਨੇ, ਔਰ ਇਸੇ ਨਾਲ ਹੀ ਸਮੁੱਚੇ ਸੰਸਾਰ ਦੀ ਕਾਰ ਚੱਲ ਰਹੀ ਹੈ, ਵਿਹਾਰ ਚੱਲ ਰਿਹਾ ਹੈ, ਸਮਗਰ ਜੋ ਹੈ ਜਗਤ ਚੱਲ ਰਿਹਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਿਰ ਮੂਲ ਉਪਦੇਸ਼, ਮਨੁੱਖ ਆਪਣੇ ਸ਼ੁਭ ਕਰਮਾਂ ਕਰਕੇ ਪ੍ਰਮਾਤਮਾ ਦੇ ਨੇੜੇ ਹੈ, ਅਸ਼ੁਭ ਕਰਮਾਂ ਕਰਕੇ ਦੂਰ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜੋ ਪ੍ਰਮਾਤਮਾ ਦੇ ਨੇੜੇ ਹੈ ਉਹ ਸਵਰਗ ਦੇ ਨੇੜੇ ਹੈ, ਜੋ ਪ੍ਰਮਾਤਮਾ ਤੋਂ ਦੂਰ ਹੈ ਉਹ ਨਰਕ ਦੇ 'ਚ ਹੈ। ਜੋ ਪ੍ਰਮਾਤਮਾ ਦੇ ਨੇੜੇ ਹੈ ਉਹ ਪ੍ਰਕਾਸ਼ ਦੇ 'ਚ ਹੈ, ਜੋ ਪ੍ਰਮਾਤਮਾ ਤੋਂ ਦੂਰ ਹੈ ਅੰਧਕਾਰ ਦੇ 'ਚ ਹੈ। ਜੋ ਪ੍ਰਮਾਤਮਾ ਦੇ ਨੇੜੇ ਹੈ ਆਨੰਦ ਦੇ 'ਚ ਹੈ, ਜੋ ਪ੍ਰਮਾਤਮਾ ਤੋਂ ਦੂਰ ਹੈ ਉਹ ਦੁੱਖ ਦੇ 'ਚ ਹੈ। ਨੇੜਤਾ ਸੁਖ ਹੈ, ਦੂਰੀ ਦੁੱਖ ਹੈ। ਨੇੜਤਾ ਪ੍ਰਕਾਸ਼ ਹੈ, ਦੂਰੀ ਅੰਧਕਾਰ ਹੈ। ਔਰ ਜੋ ਮਨੁੱਖ ਜਿਤਨਾ ਦੂਰ ਚਲਾ ਜਾਏਗਾ ਉਤਨਾ ਅੰਧਕਾਰ ਦੇ 'ਚ ਭਟਕ ਜਾਏਗਾ। ਇਸ ਵਾਸਤੇ ਗੁਰੂ ਨਾਨਕ ਦੀ ਦ੍ਰਿਸ਼ਟੀ ਵਿੱਚ ਪ੍ਰਮਾਤਮਾ ਇੱਕ ਨੂਰ ਹੈ, ਇੱਕ ਚਾਨਣਾ ਹੈ। ਚਾਂਦਨਾ ਚਾਂਦਨ ਆਂਗਨ ਪ੍ਰਭ ਜੀਉ ਅੰਤਰ ਚਾਂਦਨਾ। ਨਾਮ ਜਪਤ ਕੋਟ ਸੂਰ ਉਜਾਰਾ ਬਿਨ ਸੇ ਭਰਮ ਅੰਧੇਰਾ। ਨਾਮ ਜਪਦਿਆਂ ਜਪਦਿਆਂ ਕਰੋੜਾਂ ਸੂਰਜਾਂ ਵਰਗਾ ਚਾਨਣਾ ਹੋ ਜਾਂਦਾ ਹੈ, ਕਿਉਂਕਿ ਪ੍ਰਮਾਤਮਾ ਚਾਨਣ ਹੈ, ਪ੍ਰਮਾਤਮਾ ਪ੍ਰਕਾਸ਼ ਹੈ, ਪ੍ਰਮਾਤਮਾ ਆਨੰਦ ਹੈ, ਅਕਾਲ ਪੁਰਖ ਖੁਸ਼ੀ ਹੈ। ਦੂਰੀ ਅੰਧਕਾਰ ਹੈ। ਔਰ ਜੈਸੇ ਜੈਸੇ ਮਨੁੱਖ ਦੀ ਦੂਰੀ ਹੁੰਦੀ ਹੈ ਭਟਕਣਾ ਸ਼ੁਰੂ ਹੁੰਦੀ ਹੈ, ਦੁੱਖ ਤੇ ਸੰਤਾਪ ਸ਼ੁਰੂ ਹੁੰਦਾ ਹੈ। ਅਜੋਕੇ ਯੁੱਗ ਦੇ ਵਿੱਚ, ਅਜੋਕੇ ਸਮੇਂ ਦੇ ਵਿੱਚ ਮਨੁੱਖਤਾ ਨੂੰ ਦੁਖੀ ਦੇਖ ਕੇ ਕਹਿਣਾ ਪੈਂਦਾ ਹੈ ਕਿ ਰੱਬ ਤੋਂ ਦੂਰ ਨੇ, ਪ੍ਰਮਾਤਮਾ ਤੋਂ ਦੂਰ ਨੇ। ਕਿਉਂਕਿ ਘਰ ਘਰ ਦੇ ਵਿੱਚ ਦੁੱਖ, ਹਰ ਵਿਅਕਤੀ ਕੋਲ ਦੁੱਖ, ਤੇ ਦੁੱਖ ਦੀ ਅਗਨ ਦੇ ਵਿੱਚ ਸਾਰੇ ਦਾ ਸਾਰਾ ਸੰਸਾਰ ਜਲ ਰਿਹਾ ਹੈ। ਗੱਲ ਸਪਸ਼ਟ ਹੋ ਗਈ, ਦੂਰੀ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਗੁਰੂ ਨਾਨਕ ਦੀ ਕੋਸ਼ਿਸ਼ ਜਗਤ ਕਿਸੇ ਤਰੀਕੇ ਨਾਲ ਨੇੜੇ ਹੋਵੇ, ਤੋ ਨੇੜੇ ਦਾ ਸਾਧਨ ਆਪਨੇ ਸੱਚ ਦਾ ਜਪ ਦੱਸਿਆ। ਗੁਰੂ ਨਾਨਕ ਦੀ ਪਹਿਲੀ ਬਾਣੀ ਦਾ ਨਾਮ ਜਪ ਹੈ, ਤੇ ਗੁਰੂ ਨਾਨਕ ਦੀ ਮੂਲ ਸਿੱਖਿਆ ਤੇ ਦੀਕਸ਼ਾ ਜਪ ਹੈ। ਜੋ ਜਪ ਕਰਦਾ ਜਾਏਗਾ, ਜੋ ਉਸ ਦਾ ਨਾਮ ਆਪਣੀ ਜ਼ਬਾਨ ਤੇ ਰੱਖ ਕੇ ਰਟਨ ਕਰਦਾ ਜਾਏਗਾ, ਨੇੜੇ ਹੋ ਜਾਏਗਾ। ਔਰ ਜੋ ਨੇੜੇ ਹੋ ਜਾਏਗਾ ਉਹ ਪ੍ਰਕਾਸ਼ ਦੇ ਚਲਾ ਜਾਏਗਾ। ਕਿਉਂਕਿ ਸੱਚ ਇੱਕ ਪਰਮ ਸ਼ਕਤੀ ਹੈ, ਤੇ ਜਿਹੜਾ ਉਸ ਸ਼ਕਤੀ ਦੇ ਨੇੜੇ ਚਲਾ ਗਿਆ ਉਹ ਮਹਾਨ ਸ਼ਕਤੀਮਾਨ ਹੋ ਜਾਏਗਾ। ਜਦ ਮਨੁੱਖ ਕਿਸੇ ਮਹਾਨ ਮਨੁੱਖ ਦੇ ਨੇੜੇ ਹੋ ਜਾਂਦਾ ਹੈ, ਕਿਸੇ ਹੁਕਮਰਾਨ ਜਾਂ ਰਾਜੇ ਦੇ ਨੇੜੇ ਹੋ ਜਾਂਦਾ ਹੈ, ਤਾਂ ਰਾਜੇ ਦੇ ਨੇੜੇ ਹੋਣ ਕਰਕੇ ਉਸ ਦਾ ਵੀ ਸਨਮਾਨ ਹੁੰਦਾ ਹੈ। ਤੇ ਜੋ ਰਾਜਿਆਂ ਦੇ ਮਹਾਰਾਜੇ ਪਰਿਪੂਰਨ ਪ੍ਰਮਾਤਮਾ ਦੇ ਨੇੜੇ ਹੋ ਜਾਏ ਤਾਂ ਕੁਦਰਤੀ ਗੱਲ ਹੈ, ਫਿਰ ਸਨਮਾਨ ਉਸ ਦਾ ਵੀ ਹੋਵੇਗਾ, ਪ੍ਰਤਿਸ਼ਠਾ ਉਸ ਦੀ ਵੀ ਹੋਵੇਗੀ, ਮਹਾਨਤਾ ਉਸ ਦੀ ਵੀ ਹੋਵੇਗੀ। ਗੁਰੂ ਨਾਨਕ ਦੀ ਇਹ ਕੋਸ਼ਿਸ਼ ਰਹੀ ਕਿ ਮਨੁੱਖ ਜਪ ਕਰਕੇ ਉਸ ਸੱਚ ਦੇ ਨੇੜੇ ਹੋਵੇ, ਤੇ ਜਪ ਹੀ ਸ਼ੁਭ ਕਰਮਾਂ ਦੇ ਚੋਂ ਸ਼ੁਭ ਕਰਮ ਹੈ। ਔਰ ਜਪ ਨਾ ਕਰਨਾ ਹੀ ਵੀ ਅਸ਼ੁਭ ਕਰਮ ਹੈ, ਤੇ ਅਸ਼ੁਭ ਕਰਮ ਨਾਲ ਦੂਰੀ ਹੈ, ਸ਼ੁਭ ਕਰਮ ਨਾਲ ਨੇੜਤਾ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਗੁਰੂ ਨਾਨਕ ਦਾ ਮੂਲ ਸੰਦੇਸ਼ ਉਪਦੇਸ਼ ਕਿ ਮਨੁੱਖ ਉਸ ਸੱਚ ਦੇ ਨੇੜੇ ਹੋਵੇ, ਉਸ ਨੂਰ ਦੇ ਨੇੜੇ ਹੋਵੇ। ਔਰ ਆਪ ਦੀ ਦਇਆ, ਆਪ ਦੀ ਕਿਰਪਾ, ਆਪ ਦੀ ਪ੍ਰੇਰਨਾ ਹਰ ਜੀਵ ਨੂੰ ਇਹੀ ਰਹੀ ਵੀ ਕਿਸੇ ਤਰੀਕੇ ਨਾਲ ਜੀਵ ਸੱਚ ਦੇ ਨੇੜੇ ਹੋਵੇ।